दरअसल तुसीं कई बार सुनिया होवेगा कि ਇਹ ਤਾਂ ਜੀ ਸੂਬਾ ਅਧਿਕਾਰ ਹੈ, ਸੂਬੇ ਦੇ ਖੇਤਰ ਅਧਿਕਾਰ ਦੇ ਵਿੱਚ ਆਉਂਦਾ ਹੈ ਜਾਂ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ। ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਵੀ ਹੈ ਕਿ ਵਾਕਈ ਹੀ ਜੋ ਮਾਹੌਲ ਇਸ ਸਮੇਂ ਬਣਿਆ ਹੋਇਆ ਹੈ ਉਸ ਦੇ ਵਿੱਚ ਕੇਂਦਰ ਤੇ ਸੂਬਾ ਅਧਿਕਾਰ, ਸੂਬਾ ਸਰਕਾਰਾਂ ਦੇ ਅਧਿਕਾਰਾਂ ਦਾ ਮੁੜ ਤੋਂ ਮੰਥਨ ਹੋਣਾ ਚਾਹੀਦਾ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਦਾ ਸਵਾਲ ਪੁੱਛ ਰਹੇ ਹਾਂ, ਇਸ ਦੇ ਉੱਤੇ ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਸਾਡਾ ਅੱਜ ਦਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਤੇ ਮੁੜ ਮੰਥਨ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਮੁੜ ਮੰਥਨ ਹੋਣਾ ਚਾਹੀਦਾ ਹੈ ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੰਥਨ ਹੋਣ ਦੀ ਜ਼ਰੂਰਤ ਨਹੀਂ, ਜੋ ਕਨਸਟੀਟਿਊਸ਼ਨ ਦੇ ਵਿੱਚ ਹੈ ਆਲਰੇਡੀ, ਤਾਂ ਉਸੇ ਚੀਜ਼ ਨੂੰ ਅੱਗੇ ਵਧਾਇਆ ਜਾਵੇ ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ ਤੁਸੀਂ 56677 ਦੇ ਉੱਤੇ ਹਰ ਰੋਜ਼ ਦੀ ਤਰ੍ਹਾਂ ਤੇ ਅਸੀਂ ਤੁਹਾਡੀ ਰਾਏ ਇਸ ਬੁਲੇਟਿਨ ਦੇ ਆਖਿਰ ਦੇ ਵਿੱਚ ਵੀ ਤੁਹਾਡੇ ਸਾਹਮਣੇ ਰੱਖਾਂਗੇ ਕਿ ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ ਜਿਹੜੇ ਸਾਡੇ ਦਰਸ਼ਕ ਨੇ ਉਹ ਕਿਤੇ ਵੀ ਬੈਠੇ ਸਾਨੂੰ ਦੇਖ ਰਹੇ ਹੋਣ, ਉਹ ਇਸ ਬਾਰੇ ਕੀ ਸੋਚਦੇ ਨੇ ਕਿ ਵਾਕਈ ਹੀ ਰਿਵਿਊ ਕਰਨ ਦਾ ਸਮਾਂ ਆ ਚੁੱਕਿਆ ਹੈ। ਤੇ ਰਿਵਿਊ ਕਰਨ ਦੇ ਵਿਚਾਲੇ ਜੋ ਅਸੀਂ ਸਵਾਲ ਪੁੱਛ ਰਹੇ ਹਾਂ ਇਹ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਹੋਵੇਗਾ ਕਿ ਅਮੈਂਡਮੈਂਟ ਕਰ ਕੌਣ ਸਕਦਾ ਹੈ। ਅਮੈਂਡਮੈਂਟ ਤਾਂ ਕੇਂਦਰ ਦੀ ਸਰਕਾਰ ਯਾਨੀ ਕਿ ਪਾਰਲੀਮੈਂਟ ਹੀ ਕਰ ਸਕਦੀ ਹੈ ਤੇ ਪਾਰਲੀਮੈਂਟ ਜੇਕਰ ਕਰੇਗੀ ਤਾਂ ਕੀ ਪਾਰਲੀਮੈਂਟ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਸਟੇਟ ਗਵਰਨਮੈਂਟ ਦੇ ਅਧਿਕਾਰ ਵਧਾ ਦੇਗੀ, ਕਿਉਂਕਿ ਇਹ ਤਾਂ ਲਗਾਤਾਰ ਇਲਜ਼ਾਮ ਲੱਗਦੇ ਰਹੇ ਨੇ ਕਿ ਫੈਡਰਲ ਸਿਸਟਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੋ ਸੂਬਾ ਸਰਕਾਰ ਦੇ ਅਧਿਕਾਰ ਨੇ ਉਹਨਾਂ ਦਾ ਘਾਣ ਕਰਕੇ ਸੂਬਾ ਸਰਕਾਰਾਂ, ਪੋਲੀਟੀਕਲ ਪਾਰਟੀਆਂ ਇਲਜ਼ਾਮ ਲਗਾਉਂਦੀਆਂ ਨੇ। ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਡਿਸਕਸ ਕਰਾਂਗੇ, ਗੱਲਬਾਤ ਕਰਾਂਗੇ। ਦੋਵੇਂ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ, ਪਰਾਲੀ ਦੇ ਮੁੱਦੇ ਉੱਤੇ ਵੀ ਤੇ ਦੂਜੇ ਪਾਸੇ ਜਿਹੜੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਸਰਕਾਰ ਨੂੰ ਸਵਾਲ ਪੁੱਛ ਹਾਈ ਕੋਰਟ ਦੇ ਵੱਲੋਂ ਸੂਬਾ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਦੱਸੋ ਸਾਨੂੰ ਕੀ ਕੁਝ ਕੀਤਾ ਤੁਸੀਂ ਰੇਲ ਰੋਕੋ ਅੰਦੋਲਨ ਜਿਹੜਾ ਸੀ ਰੇਲ ਟਰੈਕ ਬਹਾਲ ਕਰਵਾਉਣ ਦੇ ਲਈ। ਸਾਡੇ ਨਾਲ ਥੋੜੀ ਦੇਰ ਦੇ ਵਿੱਚ ਕਾਂਗਰਸ ਦੇ ਮਹਿਮਾਨ ਜੁੜਨਗੇ ਤੇ ਨਾਲ ਕੀ ਹੋਣਗੇ ਦੂਜੀ ਪਾਰਟੀਆਂ ਦੇ ਮਹਿਮਾਨ ਵੀ। ਪਰ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਜਿਹੜੇ ਮਹਿਮਾਨ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਨੇ ਜੋ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਨੂੰ ਰਿਪਰੈਜ਼ੈਂਟ ਕਰਨਗੇ ਸਾਡੀ ਅੱਜ ਦੀ ਇਸ ਚਰਚਾ ਦੇ ਵਿੱਚ। ਤੇ ਇਸ ਦੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਮੁੱਖ ਵਿਰੋਧੀ ਪਾਰਟੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ। ਸੰਘੇੜਾ ਸਾਹਿਬ ਸਵਾਗਤ ਹੈ, ਗਰੇਵਾਲ ਸਾਹਿਬ ਤੁਹਾਡਾ ਵੀ ਸਵਾਗਤ ਹੈ। ਥੋੜੀ ਦੇਰ ਦੇ ਵਿੱਚ ਸਾਡੇ ਨਾਲ ਅਕਾਲੀ ਦਲ ਤੇ ਨਾਲ ਹੀ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਵੀ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਜੁੜਨਗੇ। ਮੈਂ ਸ਼ੁਰੂਆਤ ਕਰਨ ਜਾ ਰਿਹਾ ਗਰੇਵਾਲ ਸਾਹਿਬ ਤੁਹਾਡੇ ਤੋਂ ਹੀ, ਇਸ ਪੂਰੀ ਚਰਚਾ ਦੀ ਸ਼ੁਰੂਆਤ ਤੁਹਾਡੇ ਤੋਂ। ਦੇਖੋ ਸੂਬਾ ਸਰਕਾਰ ਤੁਹਾਡੇ ਤੇ ਇਲਜ਼ਾਮ ਲਗਾਉਂਦੀ ਹੈ, ਮੈਂ ਇਸ ਤੋਂ ਹੀ ਸ਼ੁਰੂਆਤ ਕਰਾਂਗਾ। ਗਰੇਵਾਲ ਸਾਹਿਬ, ਸੂਬਾ ਸਰਕਾਰ ਇਲਜ਼ਾਮ ਲਗਾਉਂਦੀ ਹੈ ਕਿ ਤੁਸੀਂ ਪੁੱਛਦੇ ਨਹੀਂ, ਬਸ ਸਿੱਧਾ ਕਾਨੂੰਨ ਬਣਾ ਕੇ ਭੇਜ ਦਿੰਦੇ ਹੋ ਕਿ ਕਰੋ ਇਸ ਨੂੰ ਲਾਗੂ। ਫਿਰ ਸੂਬਾ ਸਰਕਾਰਾਂ ਕਹਿੰਦੀਆਂ ਨੇ ਅਸੀਂ ਕਿਉਂ ਲਾਗੂ ਕਰੀਏ। ਹੁਣ ਕਮਿਸ਼ਨ ਵਾਲੇ ਮੁੱਦੇ ਉੱਤੇ ਵੀ ਲੈ ਕੇ ਕਿੰਤੂ ਪ੍ਰੰਤੂ ਕਿਤੇ ਜਾ ਰਹੇ ਨੇ। ਤੁਸੀਂ ਸੁਣਿਆ ਹੋਵੇਗਾ ਅਸੀਂ ਬਿਆਨ ਸੁਣਵਾਏ ਨੇ ਪੂਰਾ ਦਿਨ News18 ਨੇ ਕਿ ਕਿਸ ਤਰੀਕੇ ਨਾਲ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਸਵਾਲ ਚੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਇੰਨਾ ਵੱਡਾ ਜੁਰਮਾਨਾ ਇਹ ਤਾਂ ਤੁਗਲਕੀ ਫਰਮਾਨ ਹੋ ਗਿਆ। ਮੈਂ ਪਰਾਲੀ ਦੇ ਇਸ਼ੂ ਤੇ ਗੱਲ ਕਰ ਰਿਹਾ, ਉਸ ਤੋਂ ਬਾਅਦ ਮੈਂ ਰੇਲ ਰੋਕੋ ਵਾਲੇ ਇਸ਼ੂ ਤੇ ਵੀ ਆਵਾਂਗਾ। ਗਰੇਵਾਲ ਸਾਹਿਬ, हेलो गरेवाल साहब आवाज आ रही है? गौरव जी महेशिंदर सिंह गरेवाल तो पूछे कि हरजीत सिंह गरेवाल तो पूछे है? ठीक है, हरजीत सिंह गरेवाल जी तो पूछा सी मैं। ठीक है, तुसी भी साडे नाल हुण जुड़ चुके हो। महेशिंदर जी तुहाडा भी बहुत बहुत स्वागत है चर्चा दे विच, तुसी भी जुड़ चुके हो। महेशिंदर गरेवाल जी, मैं इस सैगमेंट की शुरुआत बीजेपी तो करना चाह रहा ਸੀ कि बीजेपी की कहती है उस दे उत्ते जरूर गलबात होवे, पर तुहाडा रिएक्शन भी इस दे उत्ते चाहांगा कि स्टेट ते सेंटर दे रिश्ते तुहानूं की लगदा है इस समय सब तो बुरे दौर दे विचों निकल रहे ने ते इहदा जिम्मेवार कौन है? केंद्र सरकार दी उंगल चुक दित्ती जावे या स्टेट गवर्नमेंट भी तुहानूं लगदा है सवालों दे कटहरे विच है? देखो गौरव जी, बड़ा अफसोस की गल है कि कॉन्स्टिट्यूशन दीयां धज्जियां उडाउण लगियां होईयां दिल्ली दीयां सरकारां, भावें वो पहलां कांग्रेस दीयां सी ते भावें हुण भारती जनता पार्टी दी है। मैं अज सच्ची गल आ जिहड़ा ऑर्डीनेंस होया है उहनूं सुण के एकदम स्टंड है कि ये सरकारां कर की रहीआं ने। ऑलरेडी प्रिवेंशन ऑफ पोल्यूशन कंट्रोल बोर्ड सेंटर का भी है, स्टेट का भी है, तो उहदियां प्रोविजनस ने वो बड़ियां कंप्लीट ने। ते ये अमेंडमेंट करके इन्होंने सिर्फ तो सिर्फ दो गल्लां दा सबक सिखाया स्टेट नूं कि एक तो फैडरलिज्म नूं सेंटर सरकार बिल्कुल ही एक्सैप्ट कर दी,
ਯੂਨਿਟਰੀ ਫਾਰਮ ਆਫ ਗਵਰਨਮੈਂਟ ਬਣਾ ਰਹੀ ਹੈ। ਦੇਖੋ ਇੱਕ ਬੜਾ ਖਤਰਨਾਕ ਨਾਰਾ ਭਾਰਤੀ ਜਨਤਾ ਪਾਰਟੀ ਦੇ ਰਹੀ ਹੈ। ਜਦ ਇੱਕ ਦੇਸ਼ ਕਹਿੰਦੀ ਹੈ ਇੱਕ ਦੇਸ਼ ਹਰ ਕੋਈ ਮੰਨਦਾ ਹੈ, ਇੱਕ ਟੈਕਸ ਫੇਰ ਖਤਮ, ਇੱਕ ਖੇਤੀ ਕਾਨੂੰਨ ਫੇਰ ਫੇਲ, ਦੇਖੋ ਇੱਕ ਵਿਦਿਆ ਦੀ ਪਾਲਿਸੀ ਫੇਰ ਇਹ ਸਾਰਾ ਸੈਂਟਰਲ ਗਵਰਨਮੈਂਟ ਹੈ। ਪਹਿਲਾਂ ਜਿਹੜਾ ਕਾਂਗਰਸ ਨੇ ਐਜੂਕੇਸ਼ਨ ਤੋਂ ਸ਼ੁਰੂ ਕੀਤਾ ਸੀ ਇਹ ਉਸ ਗੱਡੀ ਨੂੰ ਅੱਗੇ ਤੋਰੀ ਹੋਈ ਹੈ। ਪਰ ਮੈਂ ਇੱਕ ਸਮਝਦਾ ਕਿ ਇਹ ਜਿਵੇਂ ਫੈਡਰਲਿਜ਼ਮ ਦੀਆਂ ਧੱਜੀਆਂ ਉਡਾਉਣ ਲੱਗੀਆਂ ਹੋਈਆਂ ਨੇ, ਇਹ ਦੇਸ਼ ਦੀ ਏਕਤਾ ਲਈ ਬੜਾ ਵੱਡਾ ਸੈਟਬੈਕ ਹੋ ਸਕਦਾ ਕਿਸੇ ਵੇਲੇ। ਇਹ ਸੈਂਟਰ ਦੀ ਸਰਕਾਰ ਨੂੰ ਸੋਚਣਾ ਪਊਗਾ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਵੀ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ। ਸੰਘੇੜਾ ਸਾਹਿਬ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਤੁਹਾਡਾ ਰਿਐਕਸ਼ਨ ਵੀ ਜਾਣਨਾ ਚਾਹਾਂਗੇ ਸਟੇਟ ਸੈਂਟਰ ਦੇ ਇਸ ਪੂਰੇ ਰਿਸ਼ਤਿਆਂ ਦੇ ਉੱਤੇ। ਇਹ ਕਿਵੇਂ ਸਮਝਿਆ ਜਾਵੇ ਕਿ ਸਿਰਫ ਇਸ ਦੇ ਵਿੱਚ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜਾ ਕਰੀਏ ਜਾਂ ਸਟੇਟ ਗਵਰਨਮੈਂਟ ਵੀ? ਕਿਉਂਕਿ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਪੜਾਲੀ ਦੇ ਮੁੱਦੇ ਦਾ ਵੀ ਤੇ ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਭੇਜੇ ਗਏ ਪੰਜਾਬ ਸਰਕਾਰ ਨੂੰ ਨੋਟਿਸ ਦਾ ਵੀ। ਤੇ ਇਸ ਵਿਚਾਲੇ ਹੁਣ ਗੱਲ ਇਹੀ ਹੈ ਕਿ ਸਟੇਟ ਅਤੇ ਸੈਂਟਰ ਦੇ ਰਿਲੇਸ਼ਨ, ਇਹ ਰਿਸ਼ਤੇ ਕਿ ਵਾਕਈ ਬਹੁਤ ਖਰਾਬ ਹੋ ਚੁੱਕੇ ਨੇ ਜਾਂ ਫਿਰ ਇਹਨਾਂ ਦੇ ਉੱਤੇ ਮੁੜ ਤੋਂ ਜੋ ਅਧਿਕਾਰ ਖੇਤਰ ਹੈ ਉਹਨਾਂ ਦੇ ਉੱਤੇ ਗੱਲਬਾਤ ਕਰਨ ਦੀ ਇਸ ਸਮੇਂ ਜ਼ਰੂਰਤ ਹੈ ਕਿ ਵਾਕਈ ਮੁੜ ਤੋਂ ਮੰਥਨ ਹੋਣਾ ਚਾਹੀਦਾ ਹੈ। ਇਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਗਰੇਵਾਲ ਜੀ, ਹਰਜੀਤ ਗਰੇਵਾਲ ਜੀ ਅਕਾਲੀ ਦਲ ਤੋਂ, ਤੇ ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਆਮ ਆਦਮੀ ਪਾਰਟੀ ਤੋਂ। ਹਰਜੀਤ ਗਰੇਵਾਲ ਜੀ, ਸੈਗਮੈਂਟ ਦੀ ਸ਼ੁਰੂਆਤ ਤੁਹਾਡੇ ਤੋਂ। ਸਟੇਟ ਗਵਰਨਮੈਂਟਸ ਹਾਂਜੀ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਲਜ਼ਾਮ ਲਗਾਉਂਦੀਆਂ ਨੇ ਕੇਂਦਰ ਦੀ ਸਰਕਾਰ ਤੇ ਬੀਜੇਪੀ ਸਰਕਾਰ ਦੇ ਉੱਤੇ ਕਿ ਤੁਸੀਂ ਫੈਡਰਲ ਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਤੁਰੇ ਹੋਏ ਹੋ। ਤੁਸੀਂ ਨਹੀਂ ਪੁੱਛਦੇ ਸਟੇਟ ਗਵਰਨਮੈਂਟਸ ਨੂੰ ਕਿਸੇ ਵੀ ਕਾਨੂੰਨ ਤੋਂ ਪਹਿਲਾਂ, ਤੇ ਉਸ ਦਾ ਖਾਮਿਆਜ਼ਾ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਤਾਂ ਭੁਗਤਣਾ ਪੈਂਦਾ ਹੀ ਹੋਏਗਾ, ਚਾਹੇ ਖੇਤੀ ਕਾਨੂੰਨ ਹੋਣ ਜਾਂ ਹੁਣ ਜਿਹੜਾ ਨਵਾਂ ਕਮਿਸ਼ਨ ਬਣਾਉਣ ਦਾ ਤੁਸੀਂ ਪਰਾਲੀ ਦੇ ਮੁੱਦੇ ਤੇ ਫੈਸਲਾ ਕਰ ਲਿਆ, ਇੰਨੇ ਵੱਡੇ ਭਾਰੀ ਜੁਰਮਾਨੇ ਉਸ ਦੇ ਵਿੱਚ ਰੱਖ ਦਿੱਤੇ ਨੇ। ਗਰੇਵਾਲ ਸਾਹਿਬ, ਇਸ ਤਰ੍ਹਾਂ ਇੱਕ ਤਾਂ ਪੰਜਾਬ ਸਰਕਾਰ ਨੇ ਨਾ ਝੂਠ ਬੋਲਣ ਦਾ ਠੇਕਾ ਲੈ ਲਿਆ ਔਰ ਇਹ ਕੀ ਕਰ ਰਹੇ ਆ ਕਿ ਹੁਣ ਤੁਸੀਂ ਦੇਖੋ ਜਿਹੜੇ ਸਰਪੰਚਾਂ ਤੋਂ ਰੈਜ਼ੋਲੂਸ਼ਨ ਪਵਾ ਰਹੇ ਆ ਉਹ ਡਿਪਟੀ ਕਮਿਸ਼ਨਰ ਪ੍ਰਸ਼ਾਸਨ ਦੀ ਤਰਫੋਂ ਉਹਨਾਂ ਨੂੰ ਆਦੇਸ਼ ਜਾ ਰਹੇ ਆ। ਜਿਹੜੇ ਰਾਵਣ ਦੇ ਪੁਤਲੇ ਬਣਵਾਏ ਗਏ ਉਹ ਐਸਐਸਪੀ ਕੋਲ ਬੈਠ ਕੇ ਬਣਵਾਉਂਦੇ ਆ ਔਰ ਇਹ ਕੋਈ ਵੀ ਗੱਲ ਸੱਚ ਲੋਕਾਂ ਤੱਕ ਪਹੁੰਚਾਉਂਦੇ ਨਹੀਂ ਹੈ। ਔਰ ਹੁਣ ਤੱਕ ਵੀ ਅੱਜ ਹਾਈ ਕੋਰਟ ਨੇ ਵੀ ਕਹਿਤਾ ਕਿ 15 ਜਗ੍ਹਾ ਤੋਂ ਟਰੈਕ ਖਾਲੀ ਨਹੀਂ ਹੋਏ ਤੇ 15 ਜਗ੍ਹਾ ਤੇ ਲੋਕ ਰੇਲਵੇ ਸਟੇਸ਼ਨਾਂ ਤੇ ਬੈਠੇ ਆ। ਤੇ ਉਹ ਤੁਸੀਂ ਦੇਖੋ ਕਿ ਹੁਣ ਹਾਈ ਕੋਰਟ ਨੇ ਤਾਂ ਸੱਚ ਕਿਹਾ ਨਾ, ਜਿਹੜੀ ਗੱਲ ਤੇ ਉਹਨਾਂ ਨੇ ਕਿਹਾ ਉਸ ਤੇ ਵੀ ਇਹ ਇਨਸ਼ੋਰ ਨਹੀਂ ਕਰਦੇ ਫ੍ਰੀ ਪੈਸੇ ਟ੍ਰੇਨਾਂ ਦਾ। ਗਰੇਵਾਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਸਲਾਹ ਤਾਂ ਪਹਿਲਾਂ ਲੈਣੀ ਚਾਹੀਦੀ ਹੈ ਨਾ ਹਰ ਚੀਜ਼ ਦੇ ਉੱਤੇ? ਆਪਾਂ ਬਾਅਦ ਦੇ ਵਿੱਚ ਜਾ ਕੇ ਡਿਬੇਟ ਕਰੀ ਜਾਈਏ ਜਾਂ ਫਿਰ ਸਟੇਟ ਗਵਰਨਮੈਂਟ ਕਵੇ ਕਿ ਨਹੀਂ ਤੁਸੀਂ ਨਹੀਂ ਠੀਕ, ਸੈਂਟਰ ਕਵੇ ਤੁਸੀਂ ਨਹੀਂ ਠੀਕ, ਕਿ ਉਹ ਸ਼ੁਰੂਆਤ ਹੀ ਗੱਲਬਾਤ ਤੋਂ ਹੋਵੇ। ਇਹਨਾਂ ਤੋਂ ਸਲਾਹ ਬਿਲਕੁਲ ਲਈ ਜਾਂਦੀ ਆ, ਜੋ ਪ੍ਰੋਸੀਜਰ ਆ ਉਸ ਦੇ ਤਹਿਤ ਹੁੰਦਾ, ਪਰ ਇਹ ਆ ਕੇ ਲੋਕਾਂ ਨੂੰ ਔਰ ਨਾਲ ਦੇ ਰਾਜਨੀਤਿਕ ਦਲਾਂ ਨੂੰ ਵੀ ਸੱਚ ਨਹੀਂ ਦੱਸਦੇ ਹੈਗੇ। ਰੌਲਾ ਇੱਥੇ ਝਗੜਾ ਇਹੀ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜਿਹੜਾ ਹੈਗਾ, ਇਹ ਸਾਰਿਆਂ ਨੂੰ ਸੱਚੀ ਗੱਲ ਕਹਿੰਦੇ ਨਹੀਂ ਕਿ ਸਾਡੇ ਕੋਲੋਂ ਸਲਾਹ ਲਈ ਆ, ਸਲਾਹ ਦਿਖਾਉਂਦੇ ਆ ਫਿਰ ਮਨਾ ਕਰ ਦਿੰਦੇ ਆ। ਜਿਸ ਤਰ੍ਹਾਂ ਬਿੱਲਾਂ ਦੇ ਉੱਪਰ ਵੀ ਇਹਨਾਂ ਨੇ ਸਲਾਹ ਦਿੱਤੀ ਆ ਔਰ ਉਹਦੇ ਉੱਪਰ ਹੁਣ ਮਨਾ ਕਰ ਰਹੇ ਆ, ਤੇ ਉਹਦੇ ਚ ਅਸੀਂ ਕੀ ਕਰ ਸਕਦੇ ਜੇ ਝੂਠੀ ਬੋਲੀ ਜਾਣ। ਇਸ ਕਰਕੇ ਮੈਂ ਮੇਰੀ ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪ੍ਰਾਰਥਨਾ ਕਿ ਸੱਚ ਕਰੋ। ਸੰਘੇੜਾ ਸਾਹਿਬ, ਕਿੱਥੇ ਭੂਮਿਕਾ 'ਚ ਕਮੀ ਦੇਖਦੇ ਹੋ ਤੁਸੀਂ ਪੰਜਾਬ ਸਰਕਾਰ ਦੀ? ਬੀਜੇਪੀ ਦੇ ਦਾਅਵਿਆਂ 'ਚ ਕਿੰਨਾ ਦਮ, ਮੁੱਖ ਵਿਰੋਧੀ ਪਾਰਟੀ ਹੋਣ ਤੇ ਨਾਤੇ ਤੁਹਾਨੂੰ ਨਜ਼ਰ ਆ ਰਿਹਾ ਕੇਂਦਰ ਦੀ ਸਰਕਾਰ ਦੇ ਦਾਅਵਿਆਂ 'ਚ? ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨਹੀਂ ਉਸ ਤਰੀਕੇ ਨਾਲ ਗੱਲ ਕਰਦੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ, ਹਰ ਸਲਾਹ ਇਹਨਾਂ ਤੋਂ ਲਈ ਜਾਂਦੀ ਹੈ, ਬਾਅਦ ਦੇ ਵਿੱਚ ਜਾ ਕੇ ਪਲਟ ਜਾਂਦੇ ਨੇ। ਗੌਰਵ ਜੀ, ਇਕੱਲੀ ਪੰਜਾਬ ਸਰਕਾਰ ਦੀ ਸਲਾਹ ਦੀ ਹੋਈ ਗੱਲ ਨਹੀਂ ਹੈਗੀ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਤੇ ਸਲੀਕਾ ਆ ਨਾ, ਉਹ ਪਹਿਲਾਂ ਤੋਂ ਹੀ ਬਹੁਤ ਡਿਕਟੇਟਰਸ਼ਿਪ ਵਾਲਾ ਆ। ਜਦੋਂ ਪਹਿਲਾਂ ਵੀ ਸਰਕਾਰ ਸੀ ਆਪਣੇ ਸਾਹਮਣੇ ਆ ਨੋਟਬੰਦੀ ਕਿਸ ਤਰ੍ਹਾਂ ਕੀਤੀ ਗਈ ਆ, ਬਿਨਾਂ ਤਿਆਰੀ ਤੋਂ, ਬਿਨਾਂ ਕੋਈ ਗੱਲਬਾਤ ਕੀਤਿਆਂ। ਚਲੋ ਉਹਨੂੰ ਮਤਲਬ ਲੀਕ ਨਹੀਂ ਸੀ ਕਰਨਾ ਚਾਹੁੰਦੇ, ਪਰ ਘੱਟੋ ਘੱਟ ਸਫੀਸ਼ੀਐਂਟ ਅਰੇਂਜਮੈਂਟ ਤਾਂ ਕੀਤੇ ਹੋਏ ਹੁੰਦੇ ਨਾ, ਲੋਕਾਂ ਨੂੰ ਖੱਜਲ ਖੁਆਰ ਨਾ ਇੰਨਾ ਹੋਣਾ ਪੈਂਦਾ। ਇਸੇ ਤਰ੍ਹਾਂ GST ਜਿਹੜਾ ਬਿਨਾਂ ਹੋਮਵਰਕ ਕਰਨ ਤੋਂ ਲਾਗੂ ਕੀਤਾ, ਤੇ ਹੁਣ ਵੀ ਆ ਜਿਹੜਾ ਜਿਹਦੇ ਤੇ ਆਪਾਂ ਡਿਸਕਸ਼ਨ ਕਰ ਰਹੇ ਆ, ਇਹਦੇ ਚ ਇਕੱਲੀ ਪੰਜਾਬ ਸਰਕਾਰ ਹੀ ਧਿਰ ਨਹੀਂ ਹੈਗੀ।
ਕਿਸਾਨ ਧਿਰ ਨੇ ਜਿਨ੍ਹਾਂ ਨੂੰ ਮੁੱਖ ਮੁੱਦਾ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਪਰਾਲੀ ਸਾੜਨ ਨਾਲ ਜਿਹੜੀ ਪੋਲੂਸ਼ਨ ਹੁੰਦੀ ਹੈ ਉਹ ਸੀਜ਼ਨਲ ਹੈ ਤੇ ਨਾਲੇ ਕਿਸਾਨਾਂ ਦੀ ਮਜਬੂਰੀ ਹੈ। ਉਸ ਤੋਂ ਬਿਨਾਂ ਬਹੁਤ ਤਰ੍ਹਾਂ ਦੀ ਪੋਲੂਸ਼ਨ ਹੁੰਦੀ ਆ। ਸਿਰਫ ਕਿਸਾਨਾਂ ਨੂੰ ਹੀ ਉਹਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ, ਜਦ ਕਿ ਕਿਸਾਨਾਂ ਦੇ ਗੌਰਵ ਜੀ ਹੱਥ ਪੱਲੇ ਇਸ ਮਾਮਲੇ 'ਚ ਕੁਝ ਨਹੀਂ ਹੈ। ਇਸ ਮਾਮਲੇ 'ਚ ਜੇ ਕਸੂਰ ਹੈਗਾ ਆ ਜਾਂ ਸੂਬਾ ਸਰਕਾਰ ਦਾ ਆ ਜਾਂ ਕੇਂਦਰ ਸਰਕਾਰ ਦਾ ਹੈ, ਜਿਨ੍ਹਾਂ ਨੇ ਪੈਸੇ ਖਰਚ ਕੇ ਅਲਟਰਨੇਟਿਵ ਮੁਹੱਈਆ ਕਰਨਾ ਹੁੰਦਾ। ਕਿਸਾਨਾਂ ਦੀ ਤਾਂ ਇੰਨੀ ਆਮਦਨੀ ਹੈ ਨਹੀਂ ਵੀ ਉਹ ਮਹਿੰਗੇ ਭਾਅ ਤੇ ਮਸ਼ੀਨਰੀ ਲੈ ਲੈਣ ਜਾਂ ਦੂਸਰੇ ਸਾਧਨ ਵਰਤ ਕੇ ਇਹਦਾ ਕੋਈ ਹੱਲ ਕੱਢ ਲੈਣ ਪਰਾਲੀ ਦਾ। ਇਹਨਾਂ ਨੇ ਪਹਿਲਾਂ ਜਿਹੜੇ ਉਹ ਬਿਜਲੀ ਬਣਾਉਣ ਦੇ ਪਲਾਂਟ ਲਗਾਏ ਸੀਗੇ ਉਹ ਵੀ ਇਹਨਾਂ ਦੇ ਕੋਈ ਖਾਸ ਸਕਸੈਸ ਨਹੀਂ ਹੋਏ ਤੇ ਹੋਰ ਵੀ ਜਿਹੜੇ ਤਰੀਕੇ ਆ ਪਸ਼ੂਆਂ ਨੂੰ ਇਹ ਪਰਾਲੀ ਜਿਹੜੀ ਆ ਸਪੈਸ਼ਲੀ ਝੋਨੇ ਦੀ ਇਹ ਖਵਾਈ ਨਹੀਂ ਜਾ ਸਕਦੀ ਕਿਉਂਕਿ ਇਹਦੇ 'ਚ ਸਿਲੀਕਾ ਹੁੰਦਾ ਆ। ਤੋ ਜਿਹੜੀ ਇਹਨਾਂ ਨੇ ਪਲਾਂਟ ਬਿਜਲੀ ਬਣਾਉਣ ਵਾਲੇ ਵੀ ਲਾਏ ਆ, ਜਾਂ ਤਾਂ ਚਾਈਨਾ ਦੀ ਤਕਨੀਕ ਵਾਲੇ ਲਵਾਉਂਦੇ ਜਿਹਦੇ 'ਚ 100% ਦੀ ਪਰਾਲੀ ਯੂਜ਼ ਹੁੰਦੀ ਹੈ। ਜਿਹੜੇ ਪਲਾਂਟ ਇਹਨਾਂ ਨੇ ਲਾਏ ਆ ਉਹਦੇ ਵਿੱਚ 20% ਦੀ 25% ਦੀ ਪਰਾਲੀ ਯੂਜ਼ ਹੁੰਦੀ ਆ। ਉਸ ਤੋਂ ਬਿਨਾਂ ਮੱਕੀ ਦੇ ਟਾਂਡੇ, ਕਪਾਹ ਦੀਆਂ ਛਿਟੀਆਂ ਤੇ ਇਸ ਤਰ੍ਹਾਂ ਦੇ ਹੋਰ ਚੀਜ਼ਾਂ ਜਿਹੜੀਆਂ ਉਹ 75% ਉਹਨਾਂ ਦੀ ਲੋੜ ਹੁੰਦੀ ਆ। ਉਹਨਾਂ ਦਾ ਸਕਸੈਸ ਰੇਟ ਬਹੁਤਾ ਹੈ ਨਹੀਂਗਾ। ਸੋ ਇਹਦਾ ਹੱਲ ਜਿਹੜਾ ਸਰਕਾਰਾਂ ਨੇ ਲੱਭਣਾ। ਕਿਸਾਨ ਤਾਂ ਕੱਲੇ ਨੂੰ ਇਹ ਐਵੇਂ ਪਹਿਲੇ FIR ਦਰਜ ਕਰੀ ਜਾ ਰਿਹਾ, ਹੋਰ ਕਰ ਰਹੇ ਆ। ਜੇ ਧੂਆਂ ਨਿਕਲਦਾ ਨਾ ਸਭ ਤੋਂ ਪਹਿਲਾਂ ਕਿਸਾਨ ਦੇ ਪਰਿਵਾਰ ਨੂੰ ਉਹਦਾ ਨੁਕਸਾਨ ਹੁੰਦਾ ਆ। ਕਿਸਾਨ ਦੇ ਖੇਤ ਦੀ ਉਹ ਫਰਟੀਲਿਟੀ ਲੂਜ਼ ਹੁੰਦੀ ਆ। ਕਿਸਾਨ ਦੇ ਖੇਤ ਵਿੱਚ ਹੀ ਮਿੱਤਰ ਕੀੜੇ ਮਾਰੇ ਜਾਂਦੇ ਆ। ਕਿਸਾਨ ਨੂੰ ਕੋਈ ਸ਼ੌਕ ਨਹੀਂ ਹੈ। ਕਿਸਾਨਾਂ ਨੇ ਕਿਹਾ ਸੀ ਸਾਨੂੰ ਪੂਰਾ ਮੁਆਵਜ਼ਾ। ਠੀਕ ਹੈ ਸੰਘੇੜਾ ਸਾਹਿਬ, ਉਹੀ ਅੱਜ ਸਮਝਣ ਦੀ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਿਰ ਕੀ ਜਵਾਬਦੇਹੀ ਕਿਸ ਦੀ ਹੈ, ਜ਼ਿੰਮੇਵਾਰੀ ਕਿਸ ਦੀ ਹੈ। ਜੇ ਅਸੀਂ ਪਰਾਲੀ ਦਾ ਇਸ਼ੂ ਵੀ ਲੈ ਲਈਏ, ਅਸੀਂ ਰੇਲ ਰੋਕੋ ਵਾਲੀਆਂ ਗੱਲਾਂ ਵੀ ਲੈ ਲਈਏ ਕਿ ਇਸ ਸਮੇਂ ਟ੍ਰੇਨਾਂ ਰੁਕੀਆਂ ਹੋਈਆਂ ਨੇ, ਦਿੱਕਤ ਲੋਕਾਂ ਨੂੰ ਹੋ ਰਹੀ ਹੈ, ਕਿਸਾਨ ਆਪਣੀ ਸਮੱਸਿਆ ਦੱਸ ਰਹੇ ਨੇ, ਤਾਂ ਜ਼ਿੰਮੇਵਾਰੀ ਕਿਸ ਦੀ ਹੈ ਕਿ ਬਾਕੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੈ ਜਾਂ ਸੈਂਟਰ ਗਵਰਨਮੈਂਟ ਦੀ ਹੈ। ਮੈਂ ਇਸ ਦੇ ਉੱਤੇ ਹੀ ਅਸੀਂ ਗੱਲਬਾਤ ਕਰ ਰਹੇ ਹਾਂ। ਮਹੇਸ਼ਿੰਦਰ ਗਰੇਵਾਲ ਜੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਨੇ, ਸਾਬਕਾ ਮੰਤਰੀ ਨੇ, ਜੁੜੇ ਹੋਏ ਨੇ। ਗਰੇਵਾਲ ਸਾਹਿਬ, ਕਿਵੇਂ ਤੁਸੀਂ ਦੇਖਦੇ ਹੋ? ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਦੋਂ ਮੈਂ ਪਰਾਲੀ ਵਾਲਾ ਕਮਿਸ਼ਨ ਸੁਣਿਆ ਜਾਂ ਦੇਖਿਆ ਹੈਰਾਨ ਰਹਿ ਗਿਆ। ਕਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਪੁਆਇੰਟ ਗਲਤ ਹੈ? ਕਿਉਂਕਿ ਹੁਣ ਕੇਂਦਰ ਦੀ ਸਰਕਾਰ ਨੇ ਤਾਂ ਇਹ ਵੀ ਕਹਿ ਰਹੀ ਹੈ ਕਿ ਅਸੀਂ ਇੱਕ ਕਮਿਸ਼ਨ ਬਣਾ ਦਿੱਤਾ ਜੀ, ਇਸ ਦੇ ਵਿੱਚ ਪੰਜਾਬ ਦੇ, ਹਰਿਆਣਾ ਦੇ, ਦਿੱਲੀ ਦੇ, ਰਾਜਸਥਾਨ ਦੇ, UP ਦੇ ਅਧਿਕਾਰੀ ਵੀ ਸ਼ਾਮਲ ਹੋਣਗੇ ਤੇ ਜੁਰਮਾਨਾ, ਵੱਡਾ ਜੁਰਮਾਨਾ ਰੱਖ ਦਿੱਤਾ। ਉਹ ਹੁਣ ਲਾਜ਼ਮੀ ਤੌਰ ਤੇ 2 ਏਕੜ ਵਾਲੇ ਇੱਕ ਕਿਸਾਨ ਨੂੰ ਤਾਂ ਨਹੀਂ ਹੋ ਜਾਏਗਾ 1 ਕਰੋੜ ਦਾ ਜੁਰਮਾਨਾ। ਤੁਸੀਂ ਕਿੱਥੇ ਤੁਹਾਨੂੰ ਇਤਰਾਜ਼ ਨਜ਼ਰ ਆ ਰਿਹਾ ਹੈ ਇਸ ਕਮਿਸ਼ਨ, ਇਸ ਪੂਰਾ ਜਿਹੜਾ ਫਾਰਮ ਕੀਤਾ ਗਿਆ ਹੈ ਆਰਡੀਨੈਂਸ ਦੇ ਜ਼ਰੀਏ? ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਵੱਡੀ ਗੱਲ ਹੈ ਕਿ ਐਗਰੀਕਲਚਰ ਦਾ ਪੋਲਿਊਸ਼ਨ ਗਵਰਨਮੈਂਟ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਸਿਰਫ 4% ਕੰਟਰੀਬਿਊਟ ਕਰਦਾ, ਸਿਰਫ 4%। 96% ਪੋਲਿਊਸ਼ਨ ਹੁੰਦਾ ਦੂਸਰਿਆਂ ਦਾ। ਬੜਾ ਦੁੱਖ ਲੱਗਦਾ ਹੈ ਜਦ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਕਿਸਾਨ ਦੀ ਪਰਾਲੀ ਨੂੰ, ਕਿਸਾਨ ਨੂੰ ਦੋਸ਼ੀ ਦੱਸ ਕੇ ਇਹੋ ਜਿਹੇ ਜ਼ਾਲਮ ਕਾਨੂੰਨ ਬਣਾਉਂਦੀ ਹੈ ਜਿਹੜੇ ਮੁਗਲ ਦੇ ਰਾਜ ਵਿੱਚ ਨਹੀਂ ਸੀ ਬਣੇ। ਮੇਰਾ ਖਿਆਲ ਇਦੋਂ ਵੱਡੀ ਜ਼ਿਆਦਤੀ ਕਿਸੇ ਸੂਬੇ ਦੇ ਕਿਸਾਨ ਨਾਲ ਹੋ ਨਹੀਂ ਸਕਦੀ। ਪੰਜਾਬ ਦੇ ਕਿਸਾਨ ਨੂੰ ਸਜ਼ਾ ਇਸ ਗੱਲ ਦੀ ਮਿਲ ਰਹੀ ਹੈ ਕਿ ਉਹਨੇ ਭੁੱਖੇ ਦੇ ਢਿੱਡ, ਮੁਲਕ ਵਿੱਚ ਭੁੱਖੇ ਦੇ ਢਿੱਡ 'ਚ ਰੋਟੀ ਪਾਈ। ਜਿਹੜਾ ਮੰਗਤਾ ਸੀ ਉਹਨੂੰ ਰਾਜਾ ਬਣਾਇਆ। ਪਰ ਅੱਜ ਅਫਸੋਸ ਹੈ ਕਿ ਇਹੋ ਜਿਹੇ ਯੂਨੀਲੈਟਰਲ ਕਾਨੂੰਨ ਆਪਣਾ ਫੈਡਰਲ ਸਟਰਕਚਰ ਦੀਆਂ ਧੱਜੀਆਂ ਉਡਾ ਕੇ ਉਹ ਖੂਹ 'ਚ ਸੁੱਟਦੇ ਨੇ ਤੇ ਲੋਕਾਂ ਦੇ ਗਲ 'ਚ ਫਾਹਾ ਪਾ ਦਿੱਤਾ। ਮੈਂ ਤੁਹਾਨੂੰ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਪੰਜਾਬ ਦੀ ਪਰਾਲੀ ਨਾਲ ਪੋਲਿਊਸ਼ਨ ਵੱਧ ਕੇ ਅੱਜ ਦਿੱਲੀ 'ਚ 400+ ਹੋਇਆ ਤਾਂ ਪੰਜਾਬ 'ਚ ਤਾਂ ਇਦੋਂ ਵੱਧ ਚਾਹੀਦਾ ਸੀਗਾ। ਪੰਜਾਬ 'ਚ ਕਿਤੇ 200 ਨਹੀਂ ਟੱਚ ਕਰ ਰਿਹਾ 에ਅਰ ਕੁਆਲਿਟੀ ਇੰਡੈਕਸ, ਕਿਤੇ 2। ਫਿਰ ਜਿਹੜੀ ਪੰਜਾਬ ਦੀ ਹਵਾ ਹੋਊ ਹਰਿਆਣੇ ਦੇ ਉੱਪਰੋਂ ਲੰਘ ਕੇ ਜਾਊ। ਕਿਸੇ ਹਰਿਆਣੇ ਦੇ ਸ਼ਹਿਰ ਵਿੱਚ 150 ਦੇ ਉੱਪਰ ਨਹੀਂ ਹੋ ਰਿਹਾ ਤੇ ਫਿਰ ਦਿੱਲੀ ਦਾ ਪੋਲਿਊਸ਼ਨ ਪੰਜਾਬ ਦੀ ਪਰਾਲੀ ਕਿਵੇਂ ਕੌਜ਼ ਕਰਦੀ ਹੈ? ਦੇਖੋ, ਮੈਂ ਸਮਝਦਾ ਕਿ ਅਦਾਲਤਾਂ ਤੋਂ ਇਸ ਤਰ੍ਹਾਂ ਦੇ ਆਰਡਰ ਲੈਣ ਵਿੱਚ ਸੂਬਾ ਤੇ ਦੇਸ਼ ਦੀ ਸਰਕਾਰ ਦੋਹਾਂ ਨੇ ਬੇਈਮਾਨੀ ਦਿਖਾਈ ਹੈ। ਉੱਥੇ ਸਹੀ ਤੱਥ ਨਹੀਂ ਰੱਖੇ। ਜਿਹੜੀ ਪਿਛਲੇ ਸਾਲ ਸੁਪਰੀਮ ਕੋਰਟ ਨੇ ਦਿੱਲੀ ਦੇ ਪੋਲਿਊਸ਼ਨ ਵਾਲੇ ਰਿਪੋਰਟ ਲਈ ਸੀ, ਉਹ ਪਾਰਟ ਆਫ ਰਿਕਾਰਡ ਹੈ ਕਿ ਜਿਹਦੇ ਚ ਆਇਆ ਸੀ ਕਿ ਐਗਰੀਕਲਚਰ ਪੋਲਿਊਸ਼ਨ ਦੀ ਕੰਟਰੀਬਿਊਸ਼ਨ ਕੇਵਲ 4% ਹੈ। ਮੈਨੂੰ ਇਸ ਗੱਲ ਦਾ ਦੁੱਖ ਹੈ ਗੌਰਵ ਜੀ ਕਿ ਇਹ ਜੋ ਅੱਜ ਸਜ਼ਾ ਦੇਣ ਲੱਗੇ ਹੋਏ ਆ ਕਿਸਾਨ ਨੂੰ, ਇਸ ਗੱਲ ਦੀ ਕਿ ਉਹਨਾਂ ਨੇ ਇਹ 3 ਕਾਲੇ ਕਾਨੂੰਨ ਰੱਦ ਕਿਉਂ ਕੀਤੇ ਆ, ਇਹ ਬੜੀ ਦੇਸ਼ ਲਈ ਘਾਤਕ ਸਾਬਤ ਹੋ ਸਕਦੀ ਹੈ। ਇਹ ਪਾੜਾ ਵਧਾਉਣ ਨਾ ਦਿੱਲੀ ਦੀ ਸਰਕਾਰ ਨੂੰ ਵੀ ਮੈਂ ਕਹਿਣਾ ਹੈ, ਪੰਜਾਬ ਦੀ ਸਰਕਾਰ ਨਾਲ ਰਲ ਕੇ ਫਰੈਂਡਲੀ ਮਾਰਚ ਕਰ ਰਹੀ ਹੈ ਕਿ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਇਨਡਾਇਰੈਕਟਲੀ
ਪਹਿਲਾਂ ਕੀਤਾ ਹੈ। ਪੰਜਾਬ ਦੇ ਬਿੱਲ ਪਾਸ ਕਰਨ ਲੱਗੇ, ਅਮੈਂਡਮੈਂਟ ਕਰਨ ਲੱਗੇ, ਤੇ ਹੁਣ ਇਹੀ ਖੇਡ ਉਹ ਖੇਡ ਰਹੇ ਆ। ਇਹਨੂੰ ਪੰਜਾਬ ਕਦੇ ਕਬੂਲ ਨਹੀਂ ਕਰੂਗਾ। ਠੀਕ ਹੈ, ਠੀਕ ਹੈ। ਮੈਂ ਬੀਜੇਪੀ ਦਾ ਰੁਖ ਕਰਾਂਗਾ, ਪਰ ਪਹਿਲਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਇੱਕ ਰਿਐਕਸ਼ਨ ਜ਼ਰੂਰ ਲੈ ਲਾਂ। ਸੰਘੇੜਾ ਸਾਹਿਬ, ਇਹ ਦਿੱਲੀ ਵਾਲੇ ਕਿਉਂ ਕਹਿੰਦੇ ਨੇ ਹਰ ਵਾਰ ਕਿ ਇਹ ਪੰਜਾਬ ਦੀ ਵਜ੍ਹਾ ਦੇ ਨਾਲ? ਦੇਖੋ, ਕਈ ਵਾਰ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਹਰ ਵਾਰ ਇਹ ਜ਼ਿਕਰ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਖਿਰ ਦਿੱਲੀ ਕਿਵੇਂ ਪਹੁੰਚ ਗਿਆ ਪੰਜਾਬ ਦਾ ਧੂਆਂ। ਇਹ ਲੋਕ ਵੀ ਸਮਝਣਾ ਚਾਹੁੰਦੇ ਨੇ, ਕਿਉਂਕਿ ਦਿੱਲੀ ਦੀ ਸਰਕਾਰ ਪੰਜਾਬ ਹਰਿਆਣਾ ਨੂੰ ਜ਼ਿੰਮੇਵਾਰ ਤਾਂ ਦੱਸਦੀ ਹੈ। ਗੌਰਵ ਜੀ, ਜ਼ਿੰਮੇਵਾਰ ਦੱਸਣ ਦੀ ਗੱਲ ਨਹੀਂ ਹੈਗੀ। ਮਤਲਬ ਜਿਹੜੀ, ਕਿਉਂਕਿ ਦਿੱਲੀ 'ਚ ਪਹਿਲਾਂ ਹੀ ਬਹੁਤ ਪੋਲੂਸ਼ਨ ਹੈ, ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈ। ਕਿਸੇ ਨੇ ਨਹੀਂ ਕਿਹਾ ਕਿ ਦਿੱਲੀ ਬਹੁਤ ਸਾਫ਼ ਹੈ। ਸੋ ਥੋੜਾ ਬਹੁਤ ਵੀ ਪੋਲੂਸ਼ਨ ਜਦੋਂ ਆਲੇ ਦੁਆਲੇ ਹੋਰ ਥੋੜਾ ਬਹੁਤ ਆਉਂਦਾ ਹੈ ਤਾਂ ਉੱਥੇ ਬਿਲਕੁਲ ਹੀ ਸਾਹ ਲੈਣਾ ਔਖਾ ਹੋ ਜਾਂਦਾ ਆ। ਪਰ ਉਹਦੇ 'ਚ ਕਦੀ ਵੀ ਕਿਸੇ ਨੇ ਵੀ ਕਿਸਾਨਾਂ ਨੂੰ ਦੋਸ਼ ਨਹੀਂ ਦਿੱਤਾ। ਸਰਕਾਰਾਂ ਤੇ ਦਬਾਅ ਪਾਉਣਾ ਤਾਂ ਸਾਡਾ ਫਰਜ਼ ਬਣਦਾ ਆ। ਸੋ ਕਿਸੇ ਨੇ ਕਿਸਾਨ ਦੀ ਗੱਲ ਨਹੀਂ ਕੀਤੀ। ਕਈ ਵਾਰੀ ਸਿਆਸੀ ਤੌਰ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਆਗੂ ਹੈਗੇ ਆ, ਉਹ ਇਸ ਗੱਲ ਨੂੰ ਗਲਤ ਰੰਗਤ ਦੇਣ ਲੱਗ ਜਾਂਦੇ ਆ। ਸਾਡੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਹੈਗੀ। ਇਸ ਮਾਮਲੇ 'ਚ ਮੈਂ ਵੀ ਪਹਿਲਾਂ ਬੋਲ ਕੇ ਹਟਿਆ, ਮੈਂ ਪਾਰਟੀ ਦੀ ਲਾਈਨ ਤੇ ਹੀ ਬੋਲ ਰਿਹਾ ਹਾਂ। ਅਸੀਂ ਕਲੀਅਰ ਕੱਟ ਇਸ ਮਸਲੇ ਦੇ ਵਿੱਚ ਕਿਸਾਨਾਂ ਦੇ ਨਾਲ ਹੈ। ਕਿਸੇ ਤਰ੍ਹਾਂ ਦਾ ਕਿਸਾਨ ਦਾ ਕਸੂਰ ਨਹੀਂ ਹੈ। ਕਿਸਾਨ ਜਿਹੜਾ ਦਿੱਲੀ ਦੇ ਤੁਹਾਡੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਸੰਘੇੜਾ ਸਾਹਿਬ, ਕਿ ਜਦੋਂ ਦਿੱਲੀ ਵਾਲੇ ਸਵਾਲ ਚੁੱਕਣਗੇ ਨਾ ਕਿ ਪੰਜਾਬ ਤੋਂ ਧੂਆਂ ਆ ਰਿਹਾ ਹੈ, ਤਾਂ ਇੰਡਸਟਰੀ ਦਾ ਨਾਮ ਨਹੀਂ ਲੈਂਦੇ। ਉਹ ਇੰਡਸਟਰੀ ਦਾ ਨਾਮ ਨਹੀਂ ਲੈਂਦੇ ਸਰ, ਉਹ ਤਾਂ ਕਿਸਾਨਾਂ ਦਾ ਹੀ ਹੋ ਗਿਆ ਨਾ। ਤੁਸੀਂ ਕਿਸਾਨਾਂ ਦਾ ਨਾਮ ਨਾ ਲਓ, ਇਹਦੇ ਨਾਲ ਕੀ ਫਰਕ ਪੈ ਰਿਹਾ ਹੈ? ਜੇਕਰ ਪੰਜਾਬ ਤੋਂ, ਪਰਾਲੀ ਤੋਂ ਧੂਆਂ ਆ ਰਿਹਾ ਹੈ, ਦਿੱਲੀ ਵਾਲੇ ਸਟੇਟਮੈਂਟ ਦੇ ਦਿੰਦੇ ਨੇ, ਤਾਂ ਇਸ ਦਾ ਮਤਲਬ ਕੀ ਹੈ? ਕਿਸਾਨ ਹੀ ਕਟਹਿਰੇ ਹੋਏ ਨਾ ਪੰਜਾਬ ਦੇ, ਉਹ ਸਰਕਾਰਾਂ ਤਾਂ ਹੈਗੀਆਂ। ਗੌਰਵ ਜੀ, ਕਲੀਅਰ ਕੱਟ ਮੁੱਖ ਦੋਸ਼ੀ ਕੇਂਦਰ ਸਰਕਾਰ ਹੈ। ਕਲੀਅਰ ਕੱਟ ਜਿਹੜੀ ਉਹ ਦੂਸਰਾ ਦੋਸ਼ ਪੰਜਾਬ ਸਰਕਾਰ ਦਾ ਵੀ ਆ ਵੀ ਜਿਹੜੇ ਪੈਸਾ ਕੇਂਦਰ ਤੋਂ ਆਉਂਦਾ ਜਾਂ ਜਿਹੜੀ ਸਹਾਇਤਾ ਕੇਂਦਰ ਤੋਂ ਆਉਂਦੀ ਉਹਦੀ ਮੈਨੇਜਮੈਂਟ ਨਹੀਂ ਚੰਗੀ ਤਰ੍ਹਾਂ ਹੁੰਦੀ। ਜੋ ਵੀ ਕੁਝ ਫੰਡਸ ਆਏ ਆ ਪਹਿਲਾਂ ਪਰਾਲੀ ਨੂੰ ਕੰਟਰੋਲ ਕਰਨ ਲਈ, ਹੈਪੀ ਸੀਡਰ ਵੀ ਕੁਝ ਦਿੱਤੇ ਆ, ਪਰ ਉਹਦੀ ਡਿਸਟ੍ਰੀਬਿਊਸ਼ਨ, ਉਹਦੀ ਇਨਫੋਰਸਮੈਂਟ ਤਾਂ ਸਟੇਟ ਗਵਰਨਮੈਂਟ ਨੇ ਕਰਨੀ ਹੈ ਨਾ ਜੀ। ਸਾਡੇ ਨਾਲ ਸੁਰਜੀਤ ਸਿੰਘ ਸਵੈਚ ਜੀ ਵੀ ਜੁੜ ਚੁੱਕੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸਵੈਚ ਸਾਹਿਬ ਜੀ, ਸਵਾਗਤ ਹੈ ਤੁਹਾਡਾ। ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਹਾਂਜੀ, ਆ ਤੁਹਾਡੇ ਤੋਂ ਪਹਿਲਾਂ ਤਾਂ ਕਮੈਂਟ ਇਸ ਦੇ ਉੱਤੇ ਹੀ ਜਾਵਾਂਗੇ। ਪਰਾਲੀ ਵਾਲੇ ਮਸਲੇ ਦੇ ਉੱਤੇ ਤੁਹਾਡੀ ਸਰਕਾਰ ਦੇ ਨੁਮਾਇੰਦੇ ਕਹਿ ਗਏ ਕਿ ਇਹ ਤਾਂ ਤੁਗਲਕੀ ਫਰਮਾਨ ਹੋ ਗਿਆ। ਸਰ, ਪੰਜਾਬ ਦੇ ਵਿੱਚ ਪਰਾਲੀ ਦਾ ਮੁੱਦਾ ਬਹੁਤ ਵੱਡਾ ਹੈ। ਤੁਸੀਂ ਤਾਂ ਬਹੁਤ ਐਡ ਕਰਦੇ ਹੋ ਕਿ ਪਰਾਲੀ ਨਾ ਸਾੜੋ, ਕਿਸਾਨ ਵੀਰੋ। ਕਿਵੇਂ ਦੇਖਦੇ ਹੋ ਨਵੇਂ ਕਮਿਸ਼ਨ? ਦੇਖੋ ਗੌਰਵ ਜੀ, ਮੈਂ ਜਿਹੜਾ ਨਵਾਂ ਆਰਡੀਨੈਂਸ ਆਇਆ ਹੈ, ਮੈਂ ਇਹ ਸਾਰਾ A to Z ਪੜ੍ਹ ਕੇ ਗੱਲ ਕਰ ਰਿਹਾ। ਮੈਂ ਬਿਨਾਂ ਪੜ੍ਹਿਆ ਗੱਲ ਨਹੀਂ ਕਰ ਰਿਹਾ। ਇਹਦੇ ਵਿੱਚ ਚੰਗੀਆਂ ਗੱਲਾਂ ਵੀ ਨੇ, ਕੁਝ ਮਾੜੀਆਂ ਗੱਲਾਂ ਵੀ ਨੇ। ਐਵੇਂ ਆਪਾਂ ਸਾਰੀ ਗੱਲ ਬਿਨਾਂ ਪੜ੍ਹਿਆ ਗੱਲ ਨੂੰ ਕਰੀ ਜਾਈਏ, ਠੀਕ ਨਹੀਂ ਹੁੰਦਾ ਹੈਗਾ। ਚੰਗੀ ਗੱਲ ਇਹ ਹੈਗੀ ਹੈ ਕਿ ਇਹ ਆਰਡੀਨੈਂਸ ਜਿਹੜਾ ਹੈਗਾ, ਇਹ ਦਿੱਲੀ ਵਾਸਤੇ, NCR ਵਾਸਤੇ, ਪੰਜਾਬ ਵਾਸਤੇ, ਹਰਿਆਣਾ ਵਾਸਤੇ, ਰਾਜਸਥਾਨ ਵਾਸਤੇ, UP ਵਾਸਤੇ, ਤੇ 4 ਸਟੇਟਾਂ ਇਹ ਹੋ ਗਈਆਂ ਤੇ 5ਵੀਂ ਦਿੱਲੀ ਹੋ ਗਈ। ਤੇ ਉਹਨਾਂ ਨੇ ਬੜਾ ਕੰਪਰੀਹੈਂਸਿਵ ਪੂਰੇ ਏਰੀਏ ਵਾਸਤੇ, ਇਹ ਕੱਲੀ ਪਰਾਲੀ ਵਾਸਤੇ ਨਹੀਂ ਬਣਾਇਆ। ਉਹਨਾਂ ਨੇ ਕਿਹਾ ਕਿ ਸਾਰੇ ਖਿੱਤੇ ਦੀ ਜਿਹੜੀ ਹਵਾ ਹੈ ਇਹ ਬਹੁਤ ਗੰਦੀ ਹੋ ਗਈ ਹੈ। ਇਹਨੂੰ ਠੀਕ ਕਰਨ ਵਾਸਤੇ ਕਈ ਤਰ੍ਹਾਂ ਦੇ ਪਹਿਲਾਂ ਕੋਰਟਾਂ ਦੇ ਆਰਡਰ ਨੇ, ਸੁਪਰੀਮ ਕੋਰਟ ਦਾ ਆਰਡਰ ਹੈ, ਹਾਈ ਕੋਰਟਾਂ ਦੇ ਆਰਡਰ ਨੇ, ਹੋਰ ਐਡਹੌਕ ਕਮੇਟੀਆਂ ਬਣੀਆਂ ਹੋਈਆਂ ਨੇ। ਲੇਕਿਨ ਸਾਰੀਆਂ ਅਸੀਂ ਇਕੱਠੀਆਂ ਕਰਕੇ ਇੱਕ ਕਮਿਸ਼ਨ ਬਣਾ ਕੇ ਜਿਹੜਾ ਸਾਰਾ ਕੀ ਕਰੂਗਾ, ਉਹ ਪਹਿਲਾਂ ਤਾਂ ਪਤਾ ਲਗਾਊਗਾ ਕਿ ਇਹ ਸਾਰੇ ਖਿੱਤੇ ਦੇ ਵਿੱਚ ਕੀ ਕੀ ਕਾਰਨ ਨੇ ਪੋਲਿਊਸ਼ਨ ਦੇ, ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਵੇਂ ਇੰਡਸਟਰੀ ਦੇ ਇਮੋਸ਼ਨਸ, ਰੋਡ ਡਸਟ, ਕੰਸਟਰਕਸ਼ਨ ਦਾ, ਵਹੀਕੂਲਰ ਪੋਲਿਊਸ਼ਨ ਦਾ, ਕੰਸਟਰਕਸ਼ਨ ਐਕਟੀਵਿਟੀਜ਼ ਦਾ, ਬਾਇਓਮਾਸ ਬਰਨਿੰਗ ਦਾ, ਤੇ ਨਾਲ ਸਟਬਲ ਬਰਨਿੰਗ ਦਾ ਹੈਗਾ। ਸੋ ਇਸ ਪੱਖੋਂ ਜਿਹੜੀ ਗੱਲ ਉਹਨਾਂ ਨੇ ਕੀਤੀ ਹੈਗੀ ਆ, ਮੈਂ ਚੰਗੀ ਸਮਝਦਾ ਹਾਂ ਕਿ ਸਾਰੀ ਪੋਲਿਊਸ਼ਨ ਨੂੰ ਉਹਨਾਂ ਨੇ ਕਿਹਾ ਸੋਰਸ ਲੱਭੋ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਕੀ ਨੇ, ਉਹਦੇ ਮੁਤਾਬਕ ਫਿਰ ਮੋਨੀਟਰ ਕਰਨੀ, ਕੰਟਰੋਲ ਕਰਨਾ, ਸਟੈਪਸ ਕੀ ਲੈਣੇ ਨੇ, ਉਹ ਸਾਰੀਆਂ ਗੱਲਾਂ ਨੇ। ਮੈਨੂੰ ਇਹ ਲੱਗਦਾ ਕਿ ਇਕੱਲੇ ਪੰਜਾਬ ਨੂੰ ਫੋਕਸ ਕਰਕੇ ਨਹੀਂ ਬਣਾਇਆ ਕਿ ਸਟਬਲ ਬਰਨਿੰਗ ਦਾ ਜਾਂ ਪਰਾਲੀ ਦਾ ਮੁੱਦਾ ਇਕੱਲਾ ਨਹੀਂ ਲਿਆ ਉਹਨਾਂ ਨੇ, ਓਵਰਆਲ ਸਾਰਾ ਕੰਪਰੈਂਸਿਵ ਲਿਆ ਹੈ। ਲੇਕਿਨ ਜੋ ਅੱਗੇ ਪੈਨਲਟੀਜ਼ ਰੱਖੀਆਂ ਨੇ, ਉਹ 5 ਸਾਲ ਦੀ ਕੈਦ ਰੱਖੀ ਹੈ ਤੇ 1 ਕਰੋੜ ਜੁਰਮਾਨਾ ਰੱਖਿਆ ਹੈ। ਨਹੀਂ ਸਵੈਚ ਸਾਹਿਬ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ ਹਾਂ। ਨਹੀਂ ਦੇਖੋ, ਅਸੀਂ ਸਟੇਟ ਤੇ ਸੈਂਟਰ ਦੇ ਰਿਲੇਸ਼ਨਸ ਦੇ ਉੱਤੇ ਅੱਜ ਗੱਲਬਾਤ ਕਰ ਰਹੇ ਹਾਂ ਕਿ ਜੇਕਰ ਇਸ ਤਰੀਕੇ ਨਾਲ ਹੈ ਤਾਂ ਉਸ ਨੂੰ ਲਾਗੂ ਕਰਨ ਦੇ ਵਿੱਚ ਕੀ ਦਿੱਕਤ ਹੋ ਜਾਂਦੀ ਹੈ ਕਿ ਸਟੇਟ ਕਿਉਂ ਕਿੰਤੂ ਪਰੰਤੂ ਕਰਨ ਲੱਗ ਜਾਂਦਾ? ਤੁਹਾਡੇ ਨੁਮਾਇੰਦਿਆਂ ਦੇ ਜਿਹੜੇ ਬਿਆਨ ਸਾਹਮਣੇ ਆਉਣ ਲੱਗ ਗਏ ਕਿ ਨਹੀਂ ਜੀ, ਤਾਂ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਸੀ, ਇਹ ਇਸ ਤਰੀਕੇ ਨਾਲ ਸਾਡੇ ਨਾਲ ਸਲਾਹ ਨਹੀਂ ਕਰਦੇ, ਸੈਂਟਰ ਵਾਲੇ ਖੁਦ ਬੈਠ ਕੇ ਫੈਸਲਾ ਕਰ ਲੈਂਦੇ ਨੇ। ਬੀਜੇਪੀ ਦੇ ਆਗੂ ਬੈਠੇ ਨੇ, ਉਹ ਕਹਿੰਦੇ ਕਿ ਇਹ ਤਾਂ ਪੰਜਾਬ ਸਰਕਾਰ ਦੀ ਆਦਤ ਹੋ ਗਈ।
ਝੂਠ ਬੋਲਦੇ ਨੇ ਹਰ ਵਾਰ। ਅਸੀਂ ਪੂਰੀ ਸਲਾਹ ਕਰਦੇ ਹਾਂ ਹਰ ਇੱਕ ਕਾਨੂੰਨ ਬਣਾਉਣ ਤੋਂ ਪਹਿਲਾਂ। ਦੇਖੋ, ਜਿੱਥੋਂ ਤੱਕ ਫੈਡਰਲ ਸਟਰਕਚਰ ਦੀ ਗੱਲ ਹੈਗੀ ਹੈ ਉਹਦੇ ਤੇ ਇਤਰਾਜ਼ ਅਸੀਂ ਕਰ ਸਕਦੇ ਹੈਗੇ ਆ, ਲੇਕਿਨ ਇਸ ਤੋਂ ਪਹਿਲਾਂ 에ਅਰ ਪੋਲਿਊਸ਼ਨ ਜਿਹੜਾ ਕੰਟਰੋਲ ਹੈਗਾ, ਪ੍ਰੀਵੈਂਸ਼ਨ ਕੰਟਰੋਲ ਐਕਟ ਬਣਿਆ ਹੋਇਆ ਹੈ, ਉਹ ਮੇਰੇ ਕੋਲ ਉਹ ਵੀ ਐਕਟ ਪਿਆ ਹੈ। ਉਹ ਸੈਂਟਰਲ ਗਵਰਨਮੈਂਟ ਦਾ ਐਕਟ ਹੈਗਾ, ਉਹਦੇ ਵਿੱਚ ਬੋਰਡਸ ਬਣੇ ਹੋਏ ਨੇ, ਸਟੇਟ ਬੋਰਡਸ ਬਣੇ ਹੋਏ ਨੇ, ਸੈਂਟਰਲ ਬੋਰਡ ਬਣਿਆ ਹੋਇਆ ਹੈ, ਵੱਖ-ਵੱਖ ਬੋਰਡਸ ਬਣੇ ਹੋਏ ਨੇ। ਲੇਕਿਨ ਜੋ ਇਹਦੀ ਇੰਪਲੀਮੈਂਟੇਸ਼ਨ ਹੈਗੀ ਹੈ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਤਾਂ ਉਹ ਜਿਹੜੀ ਹੈਗੀ ਹੈ ਐਨਕਰੋਚਮੈਂਟ ਹੈਗੀ ਹੈ। ਲੇਕਿਨ ਜੇ ਆਪਾਂ ਓਵਰਆਲ ਦੇਖੀਏ, ਲੋਕਾਂ ਦੀ ਸਿਹਤ ਦੇ ਮੁਤਾਬਕ ਦੇਖੀਏ ਤੇ ਜਿਹੜਾ ਅਸਰ ਪੈਂਦਾ ਉਹਦਾ ਦੇਖੀਏ, ਤਾਂ ਕਾਫੀ ਹੱਦ ਤੱਕ ਕੁਝ ਗੱਲਾਂ ਠੀਕ ਨੇ। ਗਲਤ ਮੈਂ ਕੀ ਕਹਿ ਰਿਹਾ ਹਾਂ, ਜਿਵੇਂ ਕਿਸਾਨਾਂ ਦਾ ਜਿਹੜਾ ਸਾਡਾ ਹੈਗਾ ਜੀ ਕਿ ਸਟਬਲ ਬਰਨਿੰਗ ਦਾ, ਪਰਾਲੀ ਦਾ ਜਿਹੜਾ ਹੈਗਾ, ਉਹਦੇ ਵਾਸਤੇ ਇਹਨਾਂ ਨੇ ਅਜੇ ਰੂਲ ਬਣਨੇ ਨੇ। ਜੋ ਪੈਨਲਟੀ ਰੱਖੀ ਹੈਗੀ 5 ਸਾਲ ਦੀ ਤੇ 1 ਕਰੋੜ ਜੁਰਮਾਨਾ ਹੈ, ਉਹ ਇਹਦੇ ਬਾਰੇ ਕਲੀਅਰ ਨਹੀਂ ਹੈਗਾ ਕਿ ਕਿਹਨੂੰ ਪਾਉਣਾ ਹੈ। ਇਹ ਲਿਖਿਆ ਕਿ ਅਸੀਂ ਰੂਲ ਬਣਾਉਣੇ ਆ, ਜੇ ਰੈਗੂਲੇਸ਼ਨ ਬਣਾਉਣੀ ਹੈਗੀ ਹੈ। ਚਲੋ ਠੀਕ ਹੈ, ਇੰਡਸਟਰੀਜ਼ ਵੀ ਲਈਆਂ ਨੇ, ਇੰਡਸਟਰੀ ਵੀ ਲਈਆਂ ਨੇ। ਮੈਂ ਰੇਲਵੇ ਟਰੈਕ ਵਾਲੇ ਮੁੱਦੇ ਉੱਤੇ ਆਣਾ, ਮੈਂ ਇੱਕ ਰਿਐਕਸ਼ਨ ਲੈਣਾ। ਠੀਕ ਹੈ ਜੀ, ਠੀਕ ਹੈ ਸਰ। ਤੁਸੀਂ ਤਫਸੀਲ ਦੇ ਨਾਲ ਪੜਿਆ, ਤੁਸੀਂ ਕਹਿ ਰਹੇ ਹੋ ਕੁਝ ਚੀਜ਼ਾਂ ਠੀਕ ਵੀ ਨੇ, ਕੁਝ ਗਲਤ ਵੀ ਨੇ, ਤਾਂ ਵਾਕਈ ਇੰਪਲੀਮੈਂਟ ਹੋਏਗਾ, ਇਸ ਦੇ ਉੱਤੇ ਅਸੀਂ ਗੱਲ ਕਰਾਂਗੇ। ਗਰੇਵਾਲ ਸਾਹਿਬ, ਤੁਹਾਡਾ ਇੱਕ ਛੋਟਾ ਜਿਹਾ ਰਿਐਕਸ਼ਨ ਇਸ ਦੇ ਉੱਤੇ ਚਾਹੂੰਗਾ। ਹਰਜੀਤ ਗਰੇਵਾਲ ਜੀ, ਹਾਂਜੀ ਜੀ, ਮੈਨੂੰ ਇੱਕ ਤਾਂ ਸ਼ਵੈਤ ਜੀ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਦੀ ਗੱਲ ਪੂਰੀ ਤਰ੍ਹਾਂ ਸੁਣਾਈ ਨਹੀਂ ਦਿੱਤੀ, ਪਰ ਮੈਂ ਫਿਰ ਵੀ ਕੀ ਰਿਐਕਸ਼ਨ ਚਾਹੁੰਦੇ ਹੋ ਦੱਸੋ। ਸਰ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਦੇ ਹਾਂ, ਸੈਂਟਰ ਦੀ ਸਰਕਾਰ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ। ਉਹੀ ਗੱਲ ਘੁੰਮ ਕੇ ਆਉਂਦੀ ਹੈ ਕਿ ਤੁਸੀਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਵੀ ਕਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਪਰਾਲੀ ਨੂੰ ਲੈ ਕੇ। ਪਰਾਲੀ ਨੂੰ ਲੈ ਕੇਂਦਰ ਦੀ ਸਰਕਾਰ ਕਿੱਦਾਂ ਜ਼ਿੰਮੇਵਾਰ ਹੈ? ਇਹਨਾਂ ਨੂੰ ਅਗਰ ਹੈਪੀ ਸੀਡਰ ਦਾ ਬਾਕੀ ਇਹਨਾਂ ਨੂੰ ਸਬਸਿਡੀ ਮਿਲਦਾ ਹੈ ਹੈਪੀ ਸੀਡਰ, ਔਰ ਇਹ ਕਸੂਰ ਸਟੇਟ ਗਵਰਨਮੈਂਟ ਦਾ ਜਾਂ ਸੈਂਟਰਲ ਗਵਰਨਮੈਂਟ ਦਾ? ਔਰ ਇਸੇ ਤਰ੍ਹਾਂ ਬਾਕੀ ਜਿਹੜਾ ਹੈਗਾ ਜੋ ਵੀ ਇਹਨਾਂ ਨੂੰ ਫੰਡ ਦਿੱਤਾ ਜਾਂਦਾ ਉਹਦਾ ਠੀਕ ਯੂਜ਼ ਨਹੀਂ ਕਰਦੇ, ਮਿਸਯੂਜ਼ ਕਰਦੇ ਆ, ਔਰ ਜਾਂ ਉਹਦਾ ਇਸਤੇਮਾਲ ਹੀ ਕਿਸੇ ਹੋਰ ਕੰਮ ਲਈ ਕਰ ਲੈਂਦੇ ਆ, ਤਾਂ ਉਹ ਸਾਡਾ ਕਸੂਰ ਹੈਗਾ। ਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਹੀ ਹਰ ਗੱਲ 'ਚ ਦੋਸ਼ੀ ਠਹਿਰਾਇਆ ਜਾਣਾ, ਮੈਂ ਸਮਝਦਾ ਇਹ ਬਹੁਤ ਬੁਰੀ ਗੱਲ ਆ। ਔਰ ਇਹਨਾਂ ਨੂੰ ਜਿੱਦਾਂ ਸਰਕਾਰਾਂ ਪਰਫਾਰਮ ਕਰਦੀਆਂ ਨੇ ਉਦਾਂ ਕਰਨਾ ਚਾਹੀਦਾ। ਇਹ ਕਹਿੰਦੇ ਆ ਕਿ ਹੁਣ ਹਾਈ ਕੋਰਟ ਨੇ ਇਹਨਾਂ ਨੂੰ ਡਾਂਟ ਮਾਰੀ ਆ, ਕੋਰਟਾਂ ਦੀ ਡਾਂਟ ਪਵਾਉਣਾ ਹਰ ਗੱਲ ਜ਼ਰੂਰੀ ਹੈ ਇਹਨਾਂ ਨੂੰ, ਤੇ ਤਦ ਕੋਈ ਠੀਕ ਕੰਮ ਕਰਨਗੇ। ਨਹੀਂ ਤਾਂ ਕਿਸਾਨੋਂ ਇਹ ਖਾਲੀ ਕਰਦੇ ਹੋ ਟਰੈਕ, ਜਿੰਨੀ ਗੱਲ ਤੁਸੀਂ ਮੰਨ ਲਈ ਉਨੀ ਅਸੀਂ ਮੰਨ ਲੈਂਦੇ ਆ। ਵਿਦਿਆਰਥੀਓ ਤੁਸੀਂ ਸੜਕਾਂ ਖਾਲੀ ਕਰਦੇ ਹੋ ਤਾਂ ਅਸੀਂ ਬੱਸਾਂ ਚਲਾਵਾਂਗੇ। ਇਹ ਸਰਕਾਰਾਂ ਏਦਾਂ ਫੰਕਸ਼ਨ ਕਰਦੀਆਂ ਨੇ, ਇਹ ਪਰਫਾਰਮ ਨਹੀਂ ਠੀਕ ਤਰੀਕੇ ਨਾਲ ਕਰ ਰਹੇ। ਸਰਕਾਰ ਇੱਕ ਅਥਾਰਟੀ ਹੁੰਦੀ ਹੈ, ਸਰਕਾਰ ਦਾ ਕੰਮ ਹੁੰਦਾ ਸੇਫ ਪੈਸੇਜ ਦੇਣਾ, ਔਰ ਪੰਜਾਬ ਸਰਕਾਰ ਲਾਅ ਐਂਡ ਆਰਡਰ ਇਹਨਾਂ ਕੋਲ ਕਿਉਂ ਨਹੀਂ ਦਿੰਦੇ ਸੇਫ ਪੈਸੇਜ? ਇਸ ਕਰਕੇ ਇਹ ਆਪਣੀ ਚਲੋ ਮੈਂ ਇसी ਮੁੱਦੇ ਉੱਤੇ ਆ ਰਿਹਾ ਸਰ, ਮੈਂ ਇसी ਮੁੱਦੇ ਉੱਤੇ ਆ ਰਿਹਾ। ਮੈਂ ਸਵੈਤ ਸਾਹਿਬ ਦਾ ਪਹਿਲਾਂ ਰਿਐਕਸ਼ਨ ਲੈਣਾ, ਮੈਂ ਇसी ਮੁੱਦੇ ਉੱਤੇ ਆ ਰਿਹਾ। ਸਵੈਤ ਸਾਹਿਬ, ਹਾਈ ਕੋਰਟ ਪੁੱਛ ਰਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਰੇਲਵੇ ਟਰੈਕ ਖਾਲੀ ਕਰਨ ਵਾਸਤੇ ਕੀ ਕੀਤਾ? ਤੁਸੀਂ ਕੀ ਕੀਤਾ ਕਿ ਰੇਲਵੇ ਟਰੈਕ ਖਾਲੀ ਹੋ ਜਾਣ ਤੇ ਟ੍ਰੇਨਾਂ ਦੀ ਆਵਾਜਾਈ ਬਹਾਲ ਹੋ ਜਾਏ? ਮਾਨਯੋਗ ਹਾਈ ਕੋਰਟ ਨੇ ਜੋ ਅੱਜ ਆਰਡਰ ਪਾਸ ਕੀਤਾ ਹੈ, ਉਹ ਰਿਟਨ ਆਰਡਰ ਮੇਰੇ ਸਾਹਮਣੇ ਹੈ। ਉਹਦੇ 'ਚ ਇਹਨਾਂ ਨੇ ਕਿਹਾ ਹੈ ਕਿ with the consent of learned counsel for the parties, both the matters are being taken up and heard via video conferencing. Learned senior deputy advocate general appearing for the respondent state of Punjab prays for time to place on record the result of the negotiations by way of an affidavit. Learned counsel for the remaining parties are also directed to place on record necessary documents if required. List again for 18/11/2020. ਸਿਰਫ ਇਹ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਆ ਉਹਦਾ ਕੀ ਸਿੱਟਾ ਨਿਕਲਿਆ ਹੈ, ਉਹ ਹਲਫੀਆ ਬਿਆਨ ਉਹਦਾ ਕੋਰਟ ਦੇ ਰਿਕਾਰਡ ਤੇ ਪੇਸ਼ ਕਰੇ ਤੇ ਅਗਲੀ ਡੇਟ ਬਹਿਸ ਵਾਸਤੇ 18/11/2020 ਰੱਖੀ ਹੈ ਜੀ। ਇਹ ਕੋਰਟ ਦਾ ਮਾਨਯੋਗ ਕੋਰਟ ਦਾ ਹਾਈ ਕੋਰਟ ਦਾ ਫੈਸਲਾ ਅੱਜ ਦਾ ਜਿਹੜਾ ਹੈਗਾ ਜੀ, ਇਹ ਆਰਡਰ ਲਿਖਿਆ ਹੋਇਆ ਠੀਕ ਹੈ ਜੀ ਕਿ ਅਸੀਂ ਜੋ ਸਾਡੀ ਤੁਸੀਂ ਕਹਿ ਰਹੇ ਹੋ ਕਿ ਕੋਰਟ ਨੇ ਇਹ ਨਹੀਂ ਕਿਹਾ ਕਿ ਤੁਸੀਂ ਖਾਲੀ ਕਰਵਾਉਣ ਵਾਸਤੇ ਕੀ ਕੀਤਾ ਹੈ। ਸਰ ਲੋਕ ਤਾਂ ਜਾਣਨਾ ਚਾਹੁੰਦੇ ਨੇ ਨਾ, ਕਾਨੂੰਨ ਵਿਵਸਥਾ ਦਾ ਪੂਰਾ ਮੁੱਦਾ ਵੀ ਤੁਹਾਡੇ ਨਾਲ ਹੀ ਜੁੜਿਆ ਹੋਇਆ, ਸਟੇਟ ਸਬਜੈਕਟ ਹੈ। ਕੋਰਟ ਦੇ ਵਿੱਚ ਓਰਲ ਜ਼ਬਾਨੀ ਗੱਲਾਂ ਬਹੁਤ ਹੁੰਦੀਆਂ ਨੇ, ਲੇਕਿਨ ਜੋ ਕੋਰਟ ਨੇ ਲਿਖਤੀ ਆਰਡਰ ਕੀਤਾ ਹੈਗਾ ਮੈਂ ਉਹ ਪੜ੍ਹ ਕੇ ਸੁਣਾ ਰਿਹਾ ਕਿ ਅਸੀਂ ਅਗਲੀ ਡੇਟ ਤੋਂ ਪਹਿਲਾਂ ਜੋ ਕਿਸਾਨਾਂ ਨਾਲ ਜਿਹੜੀ ਸਾਡੀ ਵਾਰਤਾਲਾਪ ਹੋਈ ਹੈਗੀ ਹੈ ਤੇ ਜੋ ਗੱਲਬਾਤ ਹੋਈ ਹੈ ਉਹ ਸਾਰਾ ਬਾਈ ਵੇ ਆਫ ਹਲਫੀਆ ਬਿਆਨ ਐਫੀਡੇਵਿਟ ਅਸੀਂ ਮਾਨਯੋਗ ਕੋਰਟ ਅੱਗੇ ਰੱਖ ਦੇਣਾ ਹੈ। ਤੇ ਅਸੀਂ ਸਾਡੀ ਕਿਸਾਨਾਂ ਨੇ ਸਾਡੀ ਪੰਜਾਬ ਸਰਕਾਰ ਦੀ ਬੇਨਤੀ ਮੰਨ ਕੇ ਉਹਨਾਂ ਨੇ ਟਰੈਕ ਖਾਲੀ ਕਰਤੇ ਨੇ,
ਉਹ ਕਹਿੰਦੇ ਨੇ ਅਸੀਂ ਕੋਈ ਟ੍ਰੇਨ ਨਹੀਂ ਰੋਕਾਂਗੇ ਜਿਹੜੀਆਂ ਮਾਲ ਗੱਡੀਆਂ ਹੈਗੀਆਂ, ਤੇ ਮਾਲ ਗੱਡੀਆਂ ਨਾ ਚਲਾਉਣ ਵਾਸਤੇ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਕੋਈ ਨਾ ਕੋਈ ਬਹਾਨਾ ਭਾਲ ਰਹੀ ਹੈਗੀ ਹੈ, ਕਿਉਂਕਿ ਉਹ ਪੰਜਾਬ ਦੀ ਜਿਹੜੀ ਹੈਗੀ ਹੈ ਆਰਥਿਕ ਸਿਸਟਮ ਹੈਗਾ, ਇਕਨੋਮੀ ਸਾਡੀ ਹੈਗਾ, ਇਕਨੋਮੀ ਨੂੰ ਖਤਮ ਕਰਨ ਵਾਸਤੇ ਸਾਡੀ ਸੰਘੀ ਘੁੱਟ ਰਹੀ ਹੈ ਬਾਰ-ਬਾਰ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਮਾਲ ਗੱਡੀਆਂ ਜਲਦੀ ਚਲਾਉਣ, ਪੰਜਾਬ ਦਾ ਨੁਕਸਾਨ ਨਾ ਕਰਨ, ਲੋਕਾਂ ਦਾ ਨੁਕਸਾਨ ਨਾ ਕਰਨ। ਕੋਈ ਕਿਸੇ ਕਿਸਮ ਦਾ ਕੋਈ ਡਿੱਕਾ ਨਹੀਂ, ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈਗੀ ਹੈ, ਬੜਾ ਸ਼ਾਂਤਮਈ ਢੰਗ ਨਾਲ ਸਾਰਾ ਕੰਮ ਚੱਲ ਰਿਹਾ ਹੈ ਜੀ। ਨਹੀਂ ਠੀਕ ਹੈ, ਅੱਜ ਸਵੈਜ ਸਾਹਿਬ ਤੁਹਾਡੀ ਤਾਂ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ, ਜੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਸੀ। ਪੰਜਾਬ ਸਰਕਾਰ ਦੀ ਤਾਂ ਅੱਜ ਵੀ ਬੇਸਿੱਟਾ ਰਹੀ ਹੈ, ਬੇਨਤੀਜਾ ਰਹੀ ਹੈ ਮੀਟਿੰਗ। ਮੈਂ ਤੁਹਾਡੇ ਕੋਲ ਆਉਂਗਾ, ਪਰ ਇਹ ਸਵਾਲ ਤਾਂ ਬਣਦਾ ਨਾ ਕਿ ਜੇਕਰ ਰੇਲਵੇ ਟਰੈਕ ਖਾਲੀ ਨਹੀਂ ਹੈਗੇ ਤਾਂ ਜ਼ਿੰਮੇਵਾਰੀ ਕਿਸ ਦੀ ਹੈ, ਜਵਾਬਦੇਹੀ ਕਿਸ ਦੀ ਹੈ? ਮਹੇਸ਼ ਚੰਦਰ ਗਰੇਵਾਲ, ਮੈਂ ਸਰ ਆ ਰਿਹਾ ਤੁਹਾਡੇ ਕੋਲ, ਮਹੇਸ਼ ਚੰਦਰ ਗਰੇਵਾਲ ਜੀ ਦਾ ਰਿਐਕਸ਼ਨ ਲੈਣਾ। ਗਰੇਵਾਲ ਸਾਹਿਬ ਸਰ ਜਦੋਂ ਹੋਏਗੀ ਉਦੋਂ ਹੋਏਗੀ ਨਾ, ਫਿਲਹਾਲ ਤਾਂ ਬੰਦ ਨੇ ਰੇਲਵੇ ਟਰੈਕ, ਬੰਦ ਨੇ। ਉਗਰਾਹਾਂ ਕਹਿ ਰਿਹਾ ਕਿ ਅਸੀਂ ਨਹੀਂ ਖਾਲੀ ਕਰਨਾ ਜੀ। ਮਹੇਸ਼ ਚੰਦਰ ਗਰੇਵਾਲ ਜੀ, ਜਵਾਬਦੇਹੀ ਕਿਸ ਦੀ ਹੈ ਰੇਲਵੇ ਟਰੈਕ ਦੀ? ਬਾਕੀ ਪੰਜਾਬ ਸਰਕਾਰ ਖਾਲੀ ਕਰਵਾ ਕੇ ਦੇਵੇ, ਕਿਉਂਕਿ ਬੀਜੇਪੀ ਕਹਿ ਰਹੀ ਹੈ ਖਾਲੀ ਨਹੀਂ ਕਰਵਾਉਂਦੀ। ਸਿਰਫ 2 ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਦੇਖੋ ਗੌਰਵ ਜੀ, ਰੋਕੇ ਹੋਏ ਹੈ। ਬਹੁਤ ਦੁੱਖ ਦੀ ਗੱਲ ਹੈ, ਰੇਲਵੇ ਲਾਈਨ ਦੇ ਸਾਰੇ ਖੁੱਲੀਆਂ ਨੇ। ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫਰੈਂਡਲੀ ਮੈਚ ਖੇਡ ਰਹੀ ਹੈ, ਕੋਰਟਸ ਨੂੰ ਖਿਡੌਣਾ ਬਣਾ ਰਹੀ ਹੈ, ਇੱਕ ਦੂਜੇ ਦੇ ਕਰਕੇ ਮੋਢੇ ਤੇ ਸੁੱਟ ਕੇ ਗੱਲ ਕਰ ਰਹੇ ਨੇ। ਪਹਿਲਾਂ ਤਾਂ ਮੈਨੂੰ ਸਵੈਜ ਸਾਹਿਬ ਦੀ ਇਸ ਗੱਲ ਦਾ ਦੁੱਖ ਲੱਗਿਆ ਕਿ ਆ ਜਿਹੜਾ ਕਮਿਸ਼ਨ ਬਣਾ ਤਾਂ ਬੜਾ ਚੰਗਾ ਹੈ। ਸਵੈਜ ਸਾਹਿਬ ਵਕੀਲ ਨੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਪ੍ਰੀਵੈਂਸ਼ਨ ਆਫ ਪੋਲਿਊਸ਼ਨ ਕੰਟਰੋਲ ਐਕਟ ਪਹਿਲਾਂ ਬਣਿਆ ਹੋਇਆ ਉਹ ਆਪਣੇ ਆਪ ਵਿੱਚ ਸਫੀਸ਼ੀਐਂਟ ਹੈ ਹਰ ਸਿਚੁਏਸ਼ਨ ਨੂੰ ਟੈਕਲ ਕਰਨ ਲਈ। ਜਦ ਹਰ ਸਿਚੁਏਸ਼ਨ ਨੂੰ, ਹਾਂ ਮੈਂ ਪੜ੍ਹ ਕੇ ਕੀਤੀ ਹੈ, ਮੈਂ ਵਕੀਲ ਹੈ ਮਹਾਰਾਜ, ਮੈਂ ਇਸ ਮਹਿਕਮੇ ਦਾ ਵਜ਼ੀਰ ਵੀ ਰਿਹਾ 2.5 ਸਾਲ। ਤਾਂ ਮੈਂ ਇੱਕ ਗੱਲ ਸਵੈਜ ਸਾਹਿਬ, ਇਹ ਜਿਹੜੇ ਆਲਰੇਡੀ ਪ੍ਰੀਵੈਂਸ਼ਨ ਆਫ ਪੋਲਿਊਸ਼ਨ ਕੰਟਰੋਲ ਐਕਟ ਹੈ ਉਹ ਸਫੀਸ਼ੀਐਂਟ। ਉਹ ਗੱਲ ਹੈ ਕਿ ਗੱਲ ਪਤਾ ਕੀ ਗੌਰਵ ਜੀ, ਇੱਕ ਮੇਰੀ ਸੈਕਿੰਡ ਸੁਣ ਲਓ ਗੱਲ। ਇਹ ਕਰਦੇ ਆ ਫਰੈਂਡਲੀ ਮੈਚ, ਮੈਂ ਤੁਹਾਨੂੰ ਦੱਸਦਾ ਸੱਚੀ, ਇਹ ਸੈਂਟਰ ਇੱਕ ਨੀਤੀ ਤੇ ਚੱਲੀ ਹੋਈ ਹੈ, ਇਹ ਸੈਂਟਰ ਇੱਕ ਨੀਤੀ ਤੇ ਚੱਲੀ ਹੋਈ ਹੈ ਫੈਡਰਲ ਸਟਰਕਚਰ ਨੂੰ ਖਤਮ ਕਰਨ ਲਈ। ਤੁਹਾਨੂੰ ਯਾਦ ਹੋਣਾ ਹੈ ਕਿ ਜਦ ਸ਼੍ਰੀ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਉਦੋਂ ਉਸ ਵੇਲੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਸ਼੍ਰੀ LK ਅਡਵਾਨੀ ਜਦ ਹਰਿਆਣੇ ਚ ਆਏ ਤੇ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਮਲਟੀ ਪਾਰਟੀ ਸਿਸਟਮ ਖਤਮ ਹੋ ਕੇ 2 ਪਾਰਟੀਆਂ ਚਾਹੀਦੀਆਂ, ਰੀਜਨਲ ਪਾਰਟੀਆਂ ਨੂੰ ਜਿਹੜੀ ਪਾਰਟੀ ਨਾਲ ਲਾਈਕਿੰਗ ਡਿਸਲਾਈਕਿੰਗ ਹੋਵੇ ਉਹਨਾਂ 'ਚ ਮਰਜ ਹੋ ਜਾਣਾ ਚਾਹੀਦਾ। ਇਹ ਏਜੰਡਾ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੂਰੀ ਕਰਨ ਲੱਗੀ ਹੋਈ ਹੈ। ਫੈਡਰਲ ਸਟਰਕਚਰ ਨੂੰ ਖਤਮ ਕਰਕੇ ਸਟੇਟਾਂ ਨੂੰ ਮਿਊਨਿਸਪਲ ਕਮੇਟੀਆਂ ਦਾ ਅਧਿਕਾਰ ਦੇ ਕੇ ਤੇ ਉਦੋਂ ਬਾਅਦ ਇਹਨਾਂ ਨੂੰ ਬਿਲਕੁਲ ਮੰਗਤੇ ਬਣਾ ਕੇ ਸਟੇਟ ਦਾ ਸਟੇਟਸ ਖਤਮ ਕਰਨ ਲੱਗੀ ਹੋਈ ਹੈ। ਇਹਨਾਂ ਨੂੰ ਤੁਸੀਂ ਸਿਰਫ ਇੱਕ ਆਰਡੀਨੈਂਸ 'ਚ ਨਾ ਦੇਖੋ, ਇਹਦੀ ਇੰਟੈਂਸ਼ਨ ਦੇਖੋ। ਮੈਨੂੰ ਇੱਕ ਗੱਲ ਦੱਸੋ ਕੀ ਅਰਜੈਂਸੀ ਸੀ ਕਿ ਜਿਹੜੀ ਚੀਜ਼ ਨਾਲ 4% ਪੋਲਿਊਸ਼ਨ ਕਾਜ਼ ਹੋ ਰਿਹਾ ਉਹਦੇ ਲਈ ਤੁਸੀਂ ਆਊਟਰਾਈਟਲੀ ਆਰਡੀਨੈਂਸ ਜਾਰੀ ਕਰ ਦੋ। ਹੈਵਨਸ ਆਰ ਨਾਟ ਗੋਇੰਗ ਟੂ ਫਾਲ ਕਿ ਤੁਸੀਂ ਡਿਬੇਟ ਕਰੋ। ਦਿੱਲੀ ਦੀ ਜਿਹੜੀ ਰਿਪੋਰਟ ਹੈ ਜਿਹੜੀ ਸੁਪਰੀਮ ਕੋਰਟ 'ਚ ਸਬਮਿਟ ਹੋਈ ਹੈ, ਛੋਟਾ ਰੱਖੀਏ ਮੈਂ ਰਿਐਕਸ਼ਨ ਲੈਣਾ ਗਰੇਵਾਲ ਸਾਹਿਬ ਜੀ ਕਾਂਗਰਸ ਬੀਜੇਪੀ ਤੋਂ ਵੀ ਰਿਐਕਸ਼ਨ ਜਾਰੀ ਹੈ। ਤੁਸੀਂ ਉਹਨਾਂ ਤੇ ਇਲਜ਼ਾਮ ਲਗਾ ਰਹੇ ਹੋ ਕਿ ਫਰੈਂਡਲੀ ਮੈਚ ਖੇਡ ਰਹੇ ਨੇ ਜੀ। 30% ਪੋਲਿਊਸ਼ਨ ਦਿੱਲੀ 'ਚ ਇੰਡਸਟਰੀ ਕਾਜ਼ ਕਰ ਰਹੀ ਹੈ, 24% ਉੱਥੇ ਪੋਲਿਊਸ਼ਨ ਹੈ ਵਹੀਕੂਲਰ ਟ੍ਰੈਫਿਕ ਦਾ, ਤੇ ਜਿਹੜਾ ਐਗਰੀਕਲਚਰ ਦਾ 4% ਆ ਉਹਦੇ ਲਈ 1 ਕਰੋੜ ਜੁਰਮਾਨਾ ਵੀ ਕਰ ਦੋ, 5 ਸਾਲ ਦੀ ਕੈਦ ਵੀ ਕਰ ਦੋ। ਕਿਉਂ ਨਹੀਂ ਇੰਡਸਟਰੀਅਲ ਪੋਲਿਊਸ਼ਨ ਰੋਕਿਆ? ਸਵੈਜ ਸਾਹਿਬ ਨੂੰ ਮੈਂ ਇੱਕੋ ਪੁੱਛਦਾ ਗੱਲ ਕਿ ਜਦ ਸਤਲੁਜ 'ਚ ਇਹਨਾਂ ਦੀ AB ਵਾਈਨਸ ਨੇ ਜਿਹੜੇ ਇਹਨਾਂ ਦੇ ਚਹੇਤਿਆਂ ਦੀ ਆ, ਉਹ ਪਾਣੀ ਗੰਦਾ ਕੀਤਾ ਸੀ, ਉਹਨਾਂ ਤੋਂ ਫਾਈਨ ਕਿਉਂ ਨਾ ਰਿਕਵਰ ਕੀਤਾ? ਉਹਨਾਂ ਨੂੰ ਪਿਊਨਿਟਿਵ ਐਕਸ਼ਨ ਕਿਉਂ ਨਾ ਲਿਆ? ਤਾਂ ਕਾਨੂੰਨ ਦਿੱਲੀ ਬਦਲਦੀ ਆ ਜਾਂ ਸਟੇਟਾਂ ਗਵਰਨਮੈਂਟਾਂ ਰਲ ਕੇ ਪੋਲਿਊਸ਼ਨ ਕਰਾਉਂਦੀਆਂ ਨੇ। ਕਰ ਰਹੇ ਨੇ। ਠੀਕ ਹੈ ਸਰ, ਤੁਹਾਡਾ ਰਿਐਕਸ਼ਨ ਆ ਗਿਆ। ਮੈਂ ਤੁਹਾਡੇ ਕੋਲ ਵਾਪਸ ਆਣਾ ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਣਾ। ਹਰਜੀਤ ਗਰੇਵਾਲ ਜੀ, ਇਹ ਫਰੈਂਡਲੀ ਮੈਚ ਦੇ ਇਲਜ਼ਾਮ ਤੁਹਾਡੇ ਉੱਤੇ ਲੱਗਦੇ ਨੇ ਕਿ ਤੁਸੀਂ ਕਾਂਗਰਸ ਦੇ ਨਾਲ ਕੇਂਦਰ ਦੀ ਸਰਕਾਰ ਇਸ ਸਮੇਂ ਫਰੈਂਡਲੀ ਮੈਚ ਖੇਡ ਰਹੀ ਹੋ। ਤੁਹਾਡੇ ਪੁਰਾਣੇ ਭਾਈਵਾਲ ਲਗਾਉਂਦੇ ਨੇ ਇਹ ਇਲਜ਼ਾਮ। ਸੁਖਬੀਰ ਸਿੰਘ ਬਾਦਲ ਵੀ ਇਹੀ ਗੱਲ ਜ਼ਿਕਰ ਕਰ ਚੁੱਕੇ ਨੇ ਕਿ ਜਿਹੜੀ ਬੋਲੀ ਕੇਂਦਰ ਦੀ ਆ ਉਹ ਪੰਜਾਬ ਸਰਕਾਰ ਬੋਲਦੀ, ਜਿਹੜੀ ਪੰਜਾਬ ਦੀ ਬੋਲੀ ਆ ਉਹ ਕੇਂਦਰ ਸਰਕਾਰ ਬੋਲਦੀ ਹੈ। ਇਸ ਤਰ੍ਹਾਂ ਕੁਝ ਲੋਕ ਇਹ ਕਹਿੰਦੇ ਆ ਕਿ ਅਕਾਲੀ ਦਲ ਤੇ ਕਾਂਗਰਸ ਫਰੈਂਡਲੀ ਮੈਚ ਖੇਡ ਰਹੇ ਆ, ਕੁਝ ਲੋਕ ਇਹ ਕਹਿੰਦੇ ਆ ਬੀਜੇਪੀ ਤੇ ਕਾਂਗਰਸ ਖੇਡ ਰਹੀ ਆ, ਕੋਈ ਕਹਿੰਦੇ ਆਮ ਆਦਮੀ ਤੇ ਕਾਂਗਰਸ। ਇਹ ਸਭ ਗੱਲਾਂ ਨੇ, ਹਰ ਕਿਸੇ ਨੇ ਆਪਣੀ ਆਪਣੀ ਪਾਰਟੀ ਚਲਾਉਣੀ ਆ, ਆਪਣੀ ਆਪਣੀ ਸਰਕਾਰ।
ਤੇ ਅੱਜ ਪੰਜਾਬ ਦੀ ਜੋ ਸਥਿਤੀ ਕੀਤੀ ਹੋਈ ਆ ਸਰਕਾਰੀ ਤੌਰ ਤੇ ਕੀਤੀ ਹੋਈ ਹੈ ਗੌਰਵ ਜੀ ਮੇਰੇ ਸਾਡੇ ਕੋਲ ਸਬੂਤ ਨੇ ਸਾਰੇ ਸਾਡੇ ਸਰਪੰਚਾਂ ਨੂੰ ਫੋਨ ਜਾ ਰਹੇ ਆ ਕਿ ਤੁਸੀਂ ਰੈਜ਼ੋਲੂਸ਼ਨ ਪਾਓ ਇਹਨਾਂ ਮਤਿਆਂ ਦੇ ਖਿਲਾਫ ਔਰ ਉਹ ਪੁੱਛਦੇ ਆ ਕੀ ਕਰੀਏ ਉਹਨਾਂ ਨੂੰ ਡਿਪਟੀ ਕਮਿਸ਼ਨਰਾਂ ਦੇ ਫੋਨ ਜਾਂਦੇ ਆ ਐਸਡੀਐਮ ਦੇ ਫੋਨ ਜਾਂਦੇ ਆ ਇਹ ਸਰਕਾਰ ਇੰਟਰਫੇਅਰ ਕਰ ਰਹੀ ਹੈ ਇਹਨਾਂ ਕੰਮਾਂ 'ਚ ਔਰ ਜਿਹੜੇ ਪੁਤਲੇ ਬਣਵਾਏ ਮੋਦੀ ਜੀ ਉਹਨਾਂ ਦੇ ਐਸਐਸਪੀਆਂ ਨੇ ਬੈਠ ਕੇ ਬਣਵਾਏ ਸਾਡੇ ਕੋਲ ਫੋਟੋਗ੍ਰਾਫ ਆ ਗਏ ਅਸੀਂ ਉਹਨਾਂ ਦੀ ਕੰਪਲੇਂਟ ਵੀ ਕਰ ਰਹੇ ਹਾਂ ਔਰ ਇਹ ਜਿਹੜੇ ਕੰਮ ਚੱਲ ਰਹੇ ਆ ਇਹ ਕਾਂਗਰਸ ਸਰਕਾਰ ਇਸ ਐਜੀਟੇਸ਼ਨ ਨੂੰ ਚਲਾ ਰਹੀ ਹੈ ਔਰ ਪੰਜਾਬ ਦੀ ਕਾਂਗਰਸ ਸਰਕਾਰ ਹੀ ਪੰਜਾਬ ਦਾ ਮਾਹੌਲ ਵਿਗਾੜਨ ਚ ਲੱਗੀ ਹੋਈ ਆ ਔਰ ਪੰਜਾਬ ਦੀ ਕਾਂਗਰਸ ਸਰਕਾਰ ਹੀ ਅੱਜ ਕੋਰਟ ਨੇ ਜਦੋਂ ਫਟਕਾਰ ਲਗਾਈ ਹੁਣ ਹਰ ਗੱਲ ਚ ਠੀਕ ਹੈ ਸਵੈਤ ਸਾਹਿਬ ਇਲੈਕਸ਼ਨ ਲੈ ਰਹੇ ਨਹੀਂ ਗਰੇਵਾਲ ਸਾਹਿਬ ਦੇਖੋ ਇਹ ਲਗਾਤਾਰ ਤੁਸੀਂ ਜ਼ਿਕਰ ਕਰਦੇ ਨਜ਼ਰ ਆਏ ਹੋ ਕਿ ਕਾਂਗਰਸ ਕਰਵਾ ਰਹੀ ਹੈ ਸਾਰਾ ਕੁਝ ਤੁਹਾਡੇ ਲੀਡਰਾਂ ਦੀ ਤੁਹਾਡੀ ਸਟੇਟਮੈਂਟ ਆਉਂਦੀ ਹੈ ਉਸ ਤੋਂ ਬਾਅਦ ਕਿਸਾਨ ਖੁੱਲ ਕੇ ਸਾਹਮਣੇ ਆਉਣ ਲੱਗ ਜਾਂਦੇ ਨੇ ਕਿਸਾਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਨਹੀਂ ਇਹ ਤਾਂ ਸਾਡੇ ਪ੍ਰਦਰਸ਼ਨ ਨੇ ਤੁਸੀਂ ਕਾਂਗਰਸ ਦਾ ਨਾਮ ਕਿਉਂ ਲੈ ਰਹੇ ਹੋ ਪਰ ਕਾਂਗਰਸ ਆਪਣਾ ਪੱਖ ਰੱਖਦੀ ਹੈ ਮੈਂ ਰਿਐਕਸ਼ਨ ਲੈ ਲਾ ਸਵੈਤ ਸਾਹਿਬ ਮੈਂ ਉਸ ਤੋਂ ਬਾਅਦ ਸੰਘੇੜਾ ਸਾਹਿਬ ਕੋਲ ਜਾਊਂਗਾ ਸਵੈਤ ਸਾਹਿਬ ਫ੍ਰੈਂਡਲੀ ਮੈਚ ਦੇ ਵੀ ਇਲਜ਼ਾਮ ਨੇ ਤੇ ਉਹੀ ਇਲਜ਼ਾਮ ਇੱਕ ਵਾਰ ਫਿਰ ਤੋਂ ਹੈ ਕਿ ਇਹ ਸਭ ਪ੍ਰਦਰਸ਼ਨ ਇਸ ਸਮੇਂ ਜੋ ਪੰਜਾਬ ਦੀ ਸਥਿਤੀ ਹੈ ਉਹ ਕੈਪਟਨ ਸਰਕਾਰ ਉਸ ਦੀ ਜ਼ਿੰਮੇਵਾਰ ਹੈ ਜਿਹੜੇ ਕੇਂਦਰ ਦੇ ਕਾਲੇ ਕਾਨੂੰਨ ਨੇ ਉਹ ਕੈਪਟਨ ਸਰਕਾਰ ਨੇ ਨਹੀਂ ਲੈ ਕੇ ਆਂਦੇ ਕੈਪਟਨ ਸਰਕਾਰ ਕਿਵੇਂ ਜ਼ਿੰਮੇਵਾਰ ਹੈਗੀ ਹੈ ਜੀ ਕੀ ਕਿਸਾਨ ਕਮਲੇ ਨੇ ਇਹ ਕਿਸਾਨਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦੇ ਬਰਾਬਰ ਹੈ ਜੋ ਬੀਜੇਪੀ ਕਹਿ ਰਹੀ ਹੈ ਜੋ ਅਕਾਲੀ ਦਲ ਕਹਿ ਰਿਹਾ ਹੈ ਅਕਾਲੀ ਦਲ ਤਾਂ 3.5 ਮਹੀਨੇ ਤੱਕ ਗੁਣ ਗਾਉਂਦਾ ਰਿਹਾ ਤਿੰਨੇ ਉਹਨਾਂ ਬਿੱਲਾਂ ਦੇ ਕੌਣ ਮਿਲਿਆ ਹੋਇਆ ਸੀ ਦੱਸਿਓ ਪੁੱਛੋ ਜਰਾ ਗਰੇਵਾਲ ਸਾਹਿਬ ਨੂੰ ਤੁਸੀਂ ਦਿਨ ਰਾਤ 24 ਘੰਟੇ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੋ ਕਿਸਾਨਾਂ ਤੱਕ ਸਹੀ ਗੱਲ ਪਹੁੰਚਣ ਨਹੀਂ ਦਿੱਤੀ ਤੁਸੀਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਬੀਜੇਪੀ ਦਾ ਜਿਹੜਾ ਸਾਡੇ ਤੇ ਇਲਜ਼ਾਮ ਹੈਗਾ ਉਹ ਵੀ ਹੋਰ ਡੂੰਘਾ ਜ਼ਖਮ ਕਰਦਾ ਕਿਸਾਨਾਂ ਦੇ ਦਿਲਾਂ ਤੇ ਅੱਜ ਕਿਸਾਨ PhD ਨੇ ਪ੍ਰੋਫੈਸਰ ਨੇ ਪੜ੍ਹੇ ਲਿਖੇ ਨੇ ਉਹ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ ਉਹ ਮੋਦੀ ਤੋਂ ਜ਼ਿਆਦਾ ਜਾਣਦੇ ਨੇ ਤੇ ਉਹ ਜਿਹੜੇ ਇਹਨਾਂ ਦੇ ਜਿਹੜੇ ਲੀਡਰ ਨੇ ਮੰਤਰੀ ਨੇ ਉਹਨਾਂ ਤੋਂ ਜ਼ਿਆਦਾ ਜਾਣਦੇ ਨੇ ਉਹਨਾਂ ਨੂੰ ਕੌਣ ਪੜ੍ਹਾ ਦੂ ਕੌਣ ਗੁੰਮਰਾਹ ਕਰ ਦੂ ਉਹਨਾਂ ਨੂੰ ਉਹ ਤੁਹਾਡੀ ਕੱਲੀ ਜਵਾਬ ਦਾ ਗੱਲ ਦਾ ਦਿੰਦੇ ਨੇ ਤੇ ਉਹ ਖੁਦ ਸਵਾਲ ਕਰਦੇ ਨੇ ਉਹ ਮੋਦੀ ਜੀ ਨੂੰ ਸਵਾਲ ਕਰਦੇ ਨੇ ਇਹਨਾਂ ਦੇ ਐਗਰੀਕਲਚਰ ਮਿਨਿਸਟਰ ਨੂੰ ਸਵਾਲ ਕਰਦੇ ਨੇ ਲਾਅ ਮਿਨਿਸਟਰ ਨੂੰ ਸਵਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਜਵਾਬ ਦਿਓ ਅੱਜ ਤੱਕ ਜਵਾਬ ਦਿੱਤਾ ਕਿਸੇ ਨੇ ਉਹਨਾਂ ਦਾ ਉਹ ਸਿਰਫ ਤੇ ਸਿਰਫ ਕਿਸਾਨਾਂ ਦੇ ਅੰਦੋਲਨ ਨੂੰ ਗੁੰਮਰਾਹ ਕਰਨ ਵਾਸਤੇ ਕਾਂਗਰਸ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਜੋ ਇਲਜ਼ਾਮ ਲਾਉਂਦੇ ਨੇ ਜੀ ਕਾਂਗਰਸ ਸਪੋਰਟ ਕਰ ਰਹੀ ਹੈ ਕਾਂਗਰਸ ਗੁੰਮਰਾਹ ਕਰ ਰਹੀ ਹੈਗੀ ਹੈ ਕਾਂਗਰਸ ਤਾਂ ਪੰਜਾਬ ਵਾਸਤੇ ਹੈਗੀ ਹੈ ਕਾਂਗਰਸ ਪੰਜਾਬ ਦੇ ਕਿਸਾਨਾਂ ਨਾਲ ਹੈਗੀ ਹੈ ਨਹੀਂ ਸਵੈਤ ਸਾਹਿਬ ਛੋਟਾ ਜਿਹਾ ਰਿਐਕਸ਼ਨ ਸਰ ਪਲੀਜ਼ ਛੋਟਾ ਜਿਹਾ ਰਿਐਕਸ਼ਨ ਦਿਓ ਉਹ ਕਹਿ ਰਹੇ ਨੇ ਕਿ ਜਿਹੜੇ ਪੁਤਲੇ ਸਾੜਨ ਵਾਲਾ ਕੰਮ ਹੋਇਆ ਉਹ ਕਾਂਗਰਸ ਕਰਵਾ ਰਹੀ ਹੈ ਹੁਣ ਜਿਹੜੇ ਮਤੇ ਪਾਉਣ ਵਾਲੀ ਗੱਲ ਹੈ ਉਹ ਫੋਨ ਜਾ ਰਹੇ ਨੇ ਡੀਸੀ ਆਫਿਸ ਤੋਂ ਹੋਰ ਦਫ਼ਤਰਾਂ ਤੋਂ ਪੰਚਾਇਤਾਂ ਨੂੰ ਕਿ ਤੁਸੀਂ ਕਰਵਾਓ ਪਾਸ ਮਤੇ ਕਿ ਸਭ ਕੁਝ ਕਾਂਗਰਸ ਹੈਂਡਲ ਕਰ ਰਹੀ ਹੈ ਨਾ ਸਾਰੀਆਂ ਚੀਜ਼ਾਂ ਨੂੰ ਇਹ ਬਿਲਕੁਲ ਜਿਹੜੇ ਇਲਜ਼ਾਮ ਨੇ ਬੇਬੁਨਿਆਦ ਨੇ ਜੀ ਕਾਂਗਰਸ ਤਾਂ ਬੜੇ ਸਾਡੀ ਪਾਰਟੀ ਤੇ ਸਾਡੀ ਸਰਕਾਰ ਹਰ ਤਰ੍ਹਾਂ ਦਾ ਦੇਖੋ ਬੜੇ ਇhtiyਾਤ ਨਾਲ ਚੱਲ ਰਹੀ ਹੈ ਸੰਜਮ ਨਾਲ ਚੱਲ ਰਹੀ ਹੈਗੀ ਹੈ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਨੇ ਅਸੀਂ ਤਾਂ ਕਿਸਾਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਐਜੀਟੇਸ਼ਨ ਨੂੰ ਅੰਦੋਲਨ ਚਲੋ ਠੀਕ ਹੈ ਤੁਸੀਂ ਠੀਕ ਹੈ ਮੇਰੇ ਕੋਲ ਸਮਾਂ ਬਹੁਤ ਪੂਰਾ ਹੈ ਸਰ ਮੇਰੇ ਕੋਲ ਸਮਾਂ ਪੂਰਾ ਮੈਨੂੰ ਰਿਐਕਸ਼ਨ ਲੈਣ ਦਿਓ ਤੁਸੀਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਠੀਕ ਹੈ ਸੰਘੇੜਾ ਸਾਹਿਬ ਆਮ ਆਦਮੀ ਪਾਰਟੀ ਤੋਂ ਨੇ ਸੰਘੇੜਾ ਸਾਹਿਬ ਇੱਕ ਗੱਲ ਵਿੱਚ ਰਹਿ ਰਹੀ ਹੈ ਆਮ ਆਦਮੀ ਪਾਰਟੀ ਇਸ ਸਮੇਂ ਕੀ ਸੋਚਦੀ ਹੈ ਕਿ ਜਿਹੜੇ ਟਰੈਕ ਖਾਲੀ ਕਰਵਾਉਣ ਦੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੈ ਜਾਂ ਨਹੀਂ ਹੈ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ ਕਿਉਂਕਿ ਸੈਂਟਰ ਕਹਿੰਦਾ ਕਿ ਤੁਸੀਂ ਖਾਲੀ ਕਰਵਾ ਦਿਓ ਅਸੀਂ ਟ੍ਰੇਨਾਂ ਭੇਜ ਦੇਵਾਂਗੇ ਉਧਰ ਹਾਈ ਕੋਰਟ ਤੱਕ ਪੂਰਾ ਮਾਮਲਾ ਪਹੁੰਚ ਗਿਆ ਗੌਰਵ ਜੀ ਇੰਨੀ ਸਿੰਪਲ ਗੱਲ ਨਹੀਂ ਹੈਗੀ ਇਹ ਦੇਖੋ ਜੇ ਆਪਾਂ ਸਾਰੇ ਘਟਨਾਕ੍ਰਮ ਤੇ ਨਿਗਾਹ ਮਾਰੀਏ ਤਾਂ ਬੇਸਿਕਲੀ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਆਪਸ ਵਿੱਚ ਹੀ ਰੈਕਟ ਬਾਲ ਖੇਡ ਰਹੇ ਆ ਇੱਕ ਦੂਸਰੇ ਨੂੰ ਦੋਸ਼ ਦੇਈ ਜਾ ਰਹੇ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਜਿੱਥੋਂ ਗੱਲ ਸ਼ੁਰੂ ਹੋਈ ਹੈ ਐਕਟ ਪਾਸ ਕਰਨ ਤੋਂ ਗੱਲ ਸ਼ੁਰੂ ਹੋਈ ਆ ਕਿਸਾਨ ਤਾਂ ਕੋਆਪਰੇਟ ਕਰਨ ਨੂੰ ਤਿਆਰ ਵੀ ਹੋ ਗਏ ਸੀਗੇ ਔਰ ਸਟੇਟ ਗਵਰਨਮੈਂਟ ਜਿਹੜੀ ਆ ਇਹਨਾਂ ਨੇ ਪੂਰੀ ਤਰ੍ਹਾਂ ਉਸ ਗੱਲ ਨੂੰ ਪਰਸਿਊ ਨਹੀਂ ਕੀਤਾ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕੀਤੀ ਇੱਕ ਵਾਰੀ ਰਸਮੀ ਤੌਰ ਤੇ ਗੱਲਬਾਤ ਕਰਦੇ ਆ ਫਿਰ ਘਰਾਂ ਨੂੰ ਚਲੇ ਜਾਂਦੇ ਆ 2-3 ਮੰਤਰੀ ਸਾਹਿਬਾਨ ਨੂੰ ਭੇਜਦੇ ਆ 10 ਮਿੰਟ ਦੀ ਮੀਟਿੰਗ ਉਸ ਤੋਂ ਬਾਅਦ ਕਹਿੰਦੇ ਆ ਗੱਲਬਾਤ ਟੁੱਟ ਗਈ ਆ ਤੇ ਕੇਂਦਰ ਸਰਕਾਰ ਨੇ ਵੀ ਇਸ ਹਰ ਇੱਕ ਮੌਕੇ ਦਾ ਫਾਇਦਾ ਉਠਾਉਂਦੇ ਆ ਕਿਸਾਨਾਂ ਨੂੰ ਪਨਿਸ਼ ਕਰਨ ਦਾ ਤੇ ਪੰਜਾਬ ਨੂੰ ਸਜ਼ਾ ਦੇਣ ਦਾ ਜਿੱਦਾਂ RTF ਹੀ ਰੋਕ ਲਿਆ ਜਿਹੜੀ ਚੀਜ਼ ਤੁਸੀਂ ਖਰੀਦ ਲਈ ਆ ਉਹ RTF ਵੀ ਉਸ ਬਿੱਲ ਦਾ ਹਿੱਸਾ ਆ ਉਹਨਾਂ ਦੇ ਖਰਚਿਆਂ ਦਾ ਉਹ ਰੋਕ ਕੇ ਬੈਠ ਗਏ ਕਿ ਪਹਿਲਾਂ ਰਿਪੋਰਟ ਦਿਓ ਰਿਪੋਰਟ ਤੁਸੀਂ ਲਈ ਜਾਓ ਸਾਡੇ ਪੈਸੇ ਦਾ ਦਿਓ
ਜਿਹੜੇ ਪੰਜਾਬ ਦੇ ਲੋਕਾਂ ਤੇ ਖਰਚ ਹੋਣੇ ਆ। ਇਸੇ ਤਰ੍ਹਾਂ ਟ੍ਰੇਨਸ ਦੇ ਵਿੱਚ ਵੀ ਗੌਰਵ ਜੀ ਐਡੀ ਜ਼ਿਆਦਾ ਪ੍ਰੋਬਲਮ ਨਹੀਂ ਸੀਗੀ ਜੋ ਗਰੇਵਾਲ ਸਾਹਿਬ ਕਹਿ ਰਹੇ ਆ ਕਿ ਸੇਫ ਲਾਂਘਾ ਦਿਓ, ਸੇਫਟੀ ਪੈਸੇਜ ਦਿਓ। ਇਦਾਂ ਦੀ ਸਿਚੁਏਸ਼ਨ ਪੰਜਾਬ 'ਚ ਨਹੀਂ ਹੈ, ਇਦਾਂ ਦੀ ਨਾ ਹੀ ਕੋਈ ਕਰਨੀ ਚਾਹੁੰਦਾ ਆ। ਮੈਂ ਆਪਣੀ ਉਮਰ ਦੇ ਵਿੱਚ ਸਭ ਤੋਂ ਸ਼ਾਂਤਮਈ ਅੰਦੋਲਨ ਦੇਖਿਆ ਹੈ ਕਿਸਾਨਾਂ ਦਾ। ਇਹਦੇ ਲਈ ਕਿਸਾਨ ਵਧਾਈ ਦੇ ਪਾਤਰ ਨੇ। ਇਹ ਕਿਸਾਨਾਂ ਨੂੰ ਪ੍ਰਵੋਕ ਕਰਦੇ ਆ ਜਾਂ ਉਹਨਾਂ ਨੂੰ ਪਰੇਸ਼ ਕਰਨ ਦਾ ਤਰੀਕਾ ਆ ਜਾਂ ਪੰਜਾਬ ਨੂੰ ਥੱਲੇ ਲਾਉਣ ਦਾ ਤਰੀਕਾ ਆ। 1 ਕਰੋੜ ਰੁਪਈਆ ਜੁਰਮਾਨਾ ਗੌਰਵ ਜੀ, ਦੁੱਖ ਹੁੰਦਾ ਹੈ ਇਹਨਾਂ ਦੀ ਨੀਅਤ ਦੇਖ ਕੇ ਦੁੱਖ ਹੁੰਦਾ। 1 ਕਰੋੜ ਰੁਪਈਆ ਜੁਰਮਾਨਾ। ਕਿਸਾਨ ਮਜਬੂਰੀ 'ਚ ਪਰਾਲੀ ਸਾੜ ਰਿਹਾ, ਕਿਸੇ ਕੋ 1 ਏਕੜ ਆ, ਕਿਸੇ ਕੋ 2 ਏਕੜ ਆ, ਕਿਸੇ ਕੋ 5 ਏਕੜ ਆ। ਖੇਤੀ ਘਾਟੇ 'ਚ ਜਾ ਰਹੀ ਹੈ, ਕਿਸਾਨ ਸੁਸਾਈਡ ਕਰ ਰਿਹਾ ਜੀ। ਇਹ ਪੋਲੂਸ਼ਨ ਦੇ ਬਹਾਨੇ ਕਹਿੰਦੇ 1 ਕਰੋੜ। ਸੋ ਦੋਵੇਂ ਹੀ ਸਰਕਾਰਾਂ ਜਿਹੜੀਆਂ ਆ ਸਿੰਸੀਅਰ ਨਹੀਂ ਹੈ, ਬਟ ਵੱਡੇ ਦੋਸ਼ੀ ਜਿਹੜੇ ਖਾਨਾ ਨੰਬਰ 1 ਦੇ ਦੋਸ਼ੀ ਆ ਉਹ ਕੇਂਦਰ ਸਰਕਾਰ ਹੈ ਗੌਰਵ ਜੀ। ਚਲੋ ਠੀਕ ਹੈ, ਮੈਂ ਗਰੇਵਾਲ ਸਾਹਿਬ ਤੋਂ ਰਿਐਕਸ਼ਨ ਲਵਾਂਗਾ। ਮਹੇਸ਼ਿੰਦਰ ਗਰੇਵਾਲ ਜੀ, ਤੁਹਾਡਾ ਰਿਐਕਸ਼ਨ ਚਾਹਾਂਗਾ। ਸਟੇਟ ਸੈਂਟਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਰਿਸ਼ਤੇ ਸੁਧਰ ਸਕਦੇ ਨੇ ਕਿ ਜੇਕਰ ਸੂਬਾ ਸਰਕਾਰਾਂ ਨੂੰ ਲੱਗਦਾ ਹੈ ਕਿ ਫੈਡਰਲ ਢਾਂਚੇ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ ਤਾਂ ਫਿਰ ਹੱਲ ਕੀ? ਸਰ ਛੋਟਾ ਜਿਹਾ ਰਿਐਕਸ਼ਨ ਦੇਣਾ, ਸਮਾਂ ਆਪਣੇ ਕੋਲ ਬਹੁਤ ਪੂਰਾ। ਦੇਖੋ ਗੌਰਵ ਜੀ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਹੈ, ਇਹ ਮੈਂ ਕੋਈ ਐਵੇਂ ਨਿਆਣੇ ਵਾਲੀ ਗੱਲ ਨਹੀਂ ਕਰ ਰਿਹਾ। ਮੈਂ ਇੱਕੋ ਗੱਲ 'ਚ ਮੁਕਾ ਦੂੰਗਾ ਕਿ ਇਹਨਾਂ ਨੇ ਜੋ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਦੋਹਾਂ ਨੇ ਰਲ ਕੇ ਕੀਤੀ ਹੈ। ਸਵੈਜ ਸਾਹਿਬ ਨਾਲ ਮੇਰਾ ਕਦੇ ਇਕੱਲੇ ਦਾ ਡਿਬੇਟ ਰੱਖ ਲੈਣਾ। ਜਿਹੜੇ ਇਹਨਾਂ ਨੇ ਅਸੈਂਬਲੀ 'ਚ ਬਿੱਲ ਪਾਸ ਕੀਤੇ ਆ, ਜੇ ਉਹ ਸੈਂਟਰ ਅਲਾਓ ਵੀ ਕਰ ਦੇਵੇ, ਜੇ ਇੱਕ ਵੀ ਕਿਸਾਨ ਦਾ ਫਾਇਦਾ ਹੁੰਦਾ ਹੋਵੇ, ਮੈਂ ਗੁਨਾਹਗਾਰ ਆ। ਜੇ ਉਹਦੇ ਨਾਲ ਨੁਕਸਾਨ ਹੁੰਦਾ ਹੋਵੇ ਤਾਂ ਕਾਂਗਰਸ ਉਹਦੀ ਦੋਸ਼ੀ ਆ। ਮੈਂ ਸਮਝਦਾ ਇਹਨਾਂ ਨੇ ਕੀਤਾ ਕੀ ਹੈ, ਇਹਨਾਂ ਨੇ ਉਹਨਾਂ ਸੈਂਟਰਲ ਐਕਟ ਤੇ ਮੋਹਰ ਲਾ ਕੇ ਸੈਂਟਰ ਨੂੰ ਇੱਕ ਮੈਸੇਜ ਦਿੱਤਾ ਕਿ ਵੀ ਸਪੋਰਟ ਯੂ। ਦੇਖੋ ਮਤਾ ਪਾ ਰਹੇ ਆ ਇੱਥੋਂ ਦੀਆਂ ਪੰਜਾਬ ਦੀਆਂ ਓਪੋਜੀਸ਼ਨ ਪਾਰਟੀਆਂ ਨੂੰ ਗੁੰਮਰਾਹ ਕਰਨ ਲਈ ਕਿ ਸੈਂਟਰ ਦੇ ਕਾਨੂੰਨ ਰੱਦ ਕਰਦੇ ਆ, ਨਾਲ ਹੀ ਬਿੱਲ ਕਰ ਰਹੇ, ਤਰਮੀਮ ਕਰ ਰਹੇ ਆ ਕਿ ਐਕਟ ਠੀਕ ਆ ਪਰ ਆ ਤਰਮੀਮ ਦੀ ਲੋੜ ਹੈ। ਦੱਸੋ ਐਮਐਸਪੀ ਸਟੇਟ ਗਵਰਨਮੈਂਟ ਫਿਕਸ ਕਰ ਸਕਦੀ ਹੈ? ਇਹ ਮੈਂ ਸਮਝਦਾ ਕਿ ਇਹ ਰੱਬ ਤੋਂ ਡਰਨ, ਪੰਜਾਬ ਨੂੰ ਅੱਗ ਨਾ ਲਾਉਣ। ਪੰਜਾਬ ਅੱਗੇ ਬਹੁਤ ਸਜ਼ਾ ਭੁਗ ਚੁੱਕਾ, ਹਲੇ ਪਹਿਲੇ ਸਿਵੇ ਠੰਡੇ ਨਹੀਂ ਹੋਏ, ਨਵਿਆਂ ਨੂੰ ਉਧਰ ਨੂੰ ਨਾ ਗੱਲ ਤੋਰਨ। ਇਹ ਕਿਰਪਾ ਕਰਕੇ ਦਿੱਲੀ ਤੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਨਾਜ਼ੁਕ ਸਥਿਤੀ ਨੂੰ ਸਮਝਦੇ ਹੋਏ ਕਿਰਸਾਨੀ ਨਾਲ ਇਮੀਡੀਏਟਲੀ ਗੱਲ ਮੁਕਾ ਕੇ ਉਹਨਾਂ ਦੇ ਦਿਲ ਠੰਡੇ ਕਰਨੇ ਚਾਹੀਦੇ ਆ, ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਮੈਂ ਜਿਵੇਂ ਕੱਲ ਵੀ ਆਪ ਜੀ ਦੇ ਪ੍ਰੋਗਰਾਮ 'ਚ ਕਿਹਾ ਸੀਗਾ, ਠੀਕ ਹੈ ਸਰ, ਸਭ ਤੋਂ ਵੱਡਾ ਸਭ ਤੋਂ ਵੱਡਾ ਕੰਮ ਸੈਂਟਰ ਕਰ ਸਕਦੀ ਹੈ, ਯੂਨੀਲੈਟਰਲੀ ਅਨਾਉਂਸ ਕਰ ਦੇਵੇ ਕਿ 6 ਮਹੀਨੇ ਲਈ ਇਹ ਕਾਨੂੰਨ ਪੰਜਾਬ ਤੇ ਨਹੀਂ ਲੱਗਣਗੇ। ਗੱਲਬਾਤ ਠੀਕ ਹੈ ਗਰੇਵਾਲ ਸਾਹਿਬ, ਸਮਾਂ ਪੂਰਾ। ਸਵੈਜ ਸਾਹਿਬ ਦਾ ਰਿਐਕਸ਼ਨ ਲੈ ਲੈਣ ਦਿਓ ਇੱਕ। ਸਵੈਜ ਸਾਹਿਬ ਜੀ, ਗਰੇਵਾਲ ਸਾਹਿਬ ਨੂੰ ਪੁੱਛੋ, ਅਸੈਂਬਲੀ ਦੇ ਵਿੱਚ ਜਦੋਂ ਬਿੱਲ ਪਾਸ ਹੋਏ ਇਹਨਾਂ ਦੇ ਸਾਰੇ ਐਮਐਲਏ ਨੇ ਦੋਨੋਂ ਹੱਥ ਖੜੇ ਕਰਕੇ ਬੋਲੇ ਸੋਨੇਹਾਲ ਦੇ ਨਾਰੇ ਕਿਉਂ ਲਾਏ, ਕਿਉਂ ਜੈ ਜੈਕਾਰ ਕੀਤੀ। ਹੁਣ ਵੀ ਕਰਾਂਗੇ, ਚੱਲਾਂਗੇ। ਫਿਰ ਨਾਲ ਗਵਰਨਰ ਸਾਹਿਬ ਕੋਲ ਗਏ, ਸਾਰੇ ਜੋ ਸਾਨੂੰ ਕਮਿਟਮੈਂਟ ਲਈ ਆ ਪੂਰੀ ਕਰਾਂਗੇ। ਤੁਸੀਂ ਅੱਗੇ ਪਾਣੀਆਂ ਵੇਲੇ ਵੀ ਧੋਖਾ ਕੀਤਾ, ਹੁਣ ਵੀ ਧੋਖਾ ਕਰ ਰਿਹਾ। ਤੁਸੀਂ ਬਿੱਲ ਪਹਿਲਾਂ ਕਿਉਂ ਨਹੀਂ ਦਿੱਤੇ? ਤੁਸੀਂ ਪਹਿਲਾਂ ਬਿੱਲ ਕਿਉਂ ਨਹੀਂ ਦਿੱਤੇ? ਤੁਸੀਂ ਰੈਜ਼ੋਲੂਸ਼ਨ ਕਿਉਂ ਪਾਸ ਕੀਤਾ? ਜੇ ਤੁਸੀਂ ਕਮਿਟਮੈਂਟ ਕਰਨੀ ਪਹਿਲਾਂ ਇਹ 3.5 ਮਹੀਨੇ ਕੇਂਦਰ ਦੇ ਕਾਨੂੰਨਾਂ ਦੀ ਤਾਰੀਫ ਕਰਦੇ ਰਹੇ। ਧੋਖਾ ਨਾ ਕਰੋ, ਉਦੋਂ ਇਹਨਾਂ ਨੂੰ 3.5 ਮਹੀਨੇ ਬਾਅਦ ਲੱਗੀ। ਧੋਖਾ ਨਾ ਕਰੋ, ਪੰਜਾਬ ਨਾਲ ਧੋਖਾ ਨਾ ਕਰੋ, ਪੰਜਾਬੀਆਂ ਨਾਲ ਕੋਈ ਜਵਾਬ ਸਵੈਜ ਸਾਹਿਬ। ਤੁਸੀਂ ਉਦੋਂ ਅਸੈਂਬਲੀ ਵਿੱਚ ਤੁਸੀਂ ਕਹਿਣਾ ਸੀ ਖੜੇ ਹੋ ਕੇ ਕਿ ਅਸੀਂ ਅੱਜ ਦੀ ਵੋਟਾਂ ਪਾਵਾਂਗੇ, ਅਸੀਂ ਅੱਜ ਨਹੀਂ ਪਾਸ ਕਰਦੇ, ਕੱਲ ਪਾਸ ਕਰਾਂਗੇ। ਕਿਉਂ ਨਹੀਂ ਤੁਸੀਂ ਬੋਲੇ? ਕਦੇ ਕਬੂਲ ਨਹੀਂ ਕਰੂਗਾ। ਕਿਉਂ ਨਹੀਂ ਬੋਲੇ ਤੁਸੀਂ? ਉੱਥੇ ਤੁਹਾਡੇ ਜਵਾਨ ਨੂੰ ਤਾਲੇ ਲੱਗੇ ਸੀਗੇ। ਜਿਵੇਂ ਪਾਣੀਆਂ ਵਾਲਾ ਗੁਨਾਹ ਕੀਤਾ ਸੀ ਸੈਕਸ਼ਨ 5 ਪਾ ਕੇ, ਉਸੇ ਤਰ੍ਹਾਂ ਤੁਸੀਂ ਇਹ ਕੀਤਾ। ਪਰ ਬੋਲਦੇ ਨਾ, ਵਿਰੋਧ ਕਰਦੇ ਤੁਸੀਂ। ਚਲੋ ਵਿਰੋਧ ਕਰਦੇ ਅਸੈਂਬਲੀ 'ਚ, ਹਰਿਆਣੇ ਨੂੰ ਜਾ ਰਿਹਾ, ਹੁਣ ਬਾਅਦ ਉਹਨੂੰ ਜਾਣ ਦਿਓ। ਹੁਣ ਗੱਲ ਕਰਨ ਦਾ ਕੀ ਫਾਇਦਾ? ਠੀਕ ਹੈ ਸਵੈਜ ਸਾਹਿਬ, ਮਾਫੀ ਚਾਹੁੰਦਾ ਵਿਚਾਲੇ ਰੋਕਦੇ ਹਾਂ ਤੁਹਾਨੂੰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਗਰੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ। ਹਰਜੀਤ ਗਰੇਵਾਲ ਜੀ ਤੁਹਾਡਾ ਵੀ ਧੰਨਵਾਦ। ਤੇ ਸੰਗੇੜਾ ਸਾਹਿਬ ਤੁਹਾਡਾ ਵੀ ਧੰਨਵਾਦ। ਇਸ ਚਰਚਾ ਦੇ ਵਿੱਚ ਅਸੀਂ ਕੋਸ਼ਿਸ਼ ਇਹੀ ਕਰ ਰਹੇ ਸੀ ਕਿ ਗੱਲਬਾਤ ਕਰ ਸਕੀਏ ਸਟੇਟ ਅਤੇ ਸੈਂਟਰ ਦੇ ਰਿਸ਼ਤਿਆਂ ਦੀ। ਪਰ ਦੇਖੋ ਜਦੋਂ ਵੀ ਗੱਲਬਾਤ ਹੁੰਦੀ ਹੈ ਤਾਂ ਜੋ ਪਿਛਲਾ ਘਟਨਾਕ੍ਰਮ ਪਿਛਲੇ 1.5 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਰਿਹਾ ਉਸ ਦਾ ਜ਼ਿਕਰ ਵਾਰ-ਵਾਰ ਹੁੰਦਾ ਹੈ। ਹੁਣ ਸਵਾਲ ਤਾਂ ਇਹੀ ਹੈ ਕਿ ਸੈਂਟਰ ਕਦੋਂ ਕਿਸਾਨਾਂ ਦੇ ਨਾਲ ਗੱਲਬਾਤ ਕਰੇਗਾ? 14 ਅਕਤੂਬਰ ਤੋਂ 29 ਤਰੀਕ ਲੰਘੀ, ਅਜੇ ਤੱਕ ਤਾਂ ਕੋਈ ਸੱਦਾ ਆਇਆ ਨਹੀਂ। ਤੇ ਇਸ ਪੂਰੇ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਰਹੇਗੀ ਰੇਲਵੇ ਟਰੈਕਸ ਨੂੰ ਲੈ ਕੇ? ਕਿ ਜੇਕਰ ਰੇਲਵੇ ਟਰੈਕ ਦੇ ਉੱਤੇ ਕਿਸਾਨ ਡਟੇ ਰਹਿੰਦੇ ਨੇ ਜਾਂ ਫਿਰ ਰੇਲਵੇ ਵੱਲੋਂ ਟ੍ਰੇਲਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਕਿਵੇਂ ਦਿੱਕਤਾਂ ਆ ਸਕਦੀਆਂ ਨੇ। ਪਰ ਦੂਜੇ ਪਾਸੇ ਮੁੱਦਾ ਪਰਾਲੀ ਦਾ ਵੀ ਹੈ।
ਪਰਾਲੀ ਨੂੰ ਲੈ ਕੇ ਚਿੰਤਾ ਜ਼ਰੂਰ ਹੈ, ਪਰ ਕਿਸਾਨ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਬਦਲ ਦੇ ਦਿਓ, ਅਸੀਂ ਪਰਾਲੀ ਸਾੜਨੀ ਬੰਦ ਕਰ ਦੇਵਾਂਗੇ। ਖੈਰ ਇਸ ਚਰਚਾ ਦੇ ਵਿੱਚ ਨਹੀਂ, ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੁਣ ਵਾਰੀ ਹੈ ਸਾਡੇ ਦਰਸ਼ਕਾਂ ਦੀ ਰਾਏ ਤੁਹਾਡੇ ਨਾਲ ਸਾਂਝੀ ਕਰਨ ਦੀ। ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਸਵਾਲ ਪੁੱਛਿਆ ਸੀ ਸਟੇਟ ਤੇ ਸੈਂਟਰ ਯਾਨੀ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਵਿਚਾਲੇ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਨੂੰ ਲੈ ਕੇ। ਸਵਾਲ ਸੀ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੇ ਉੱਤੇ ਮੁੜ ਤੋਂ ਮੰਥਨ ਹੋਣਾ ਚਾਹੀਦਾ ਹੈ, ਕਿਉਂਕਿ ਕੁਝ ਅਧਿਕਾਰ ਜਿਹੜੇ ਹੈਗੇ ਨੇ ਉਹ ਸੂਬੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ, ਕੁਝ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ। ਇਹ ਕਨਸਟੀਟਿਊਸ਼ਨ ਯਾਨੀ ਕਿ ਸਾਡੇ ਸੰਵਿਧਾਨ ਦੇ ਮੁਤਾਬਿਕ ਹੈ, ਤਾਂ ਕਿ ਇਹ ਸਾਰੇ ਅਧਿਕਾਰਾਂ ਉੱਤੇ ਮੁੜ ਤੋਂ ਮੰਥਨ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਫੈਡਰਲ ਢਾਂਚੇ ਦਾ, ਸੰਘੀ ਢਾਂਚੇ ਦਾ ਜ਼ਿਕਰ ਕਰਦੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਟੇਟ ਗਵਰਨਮੈਂਟਸ ਦੇ ਕੋਲ ਜ਼ਿਆਦਾ ਅਧਿਕਾਰ ਹੋਣ, ਪਰ ਅਜਿਹਾ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਲਜ਼ਾਮ ਬਹੁਤ ਸਾਰੇ ਲੱਗਦੇ ਨੇ। ਇਸੇ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਸੀ। ਸਾਡੇ ਦਰਸ਼ਕਾਂ ਦੀ ਰਾਏ ਸਾਡੇ ਤੱਕ ਪਹੁੰਚੀ ਹੈ, ਉਹ ਵੀ ਤੁਹਾਡੀ ਹੁਣ ਟੀਵੀ ਸਕਰੀਨ ਦੇ ਉੱਤੇ। ਸਾਡੇ ਦਰਸ਼ਕਾਂ ਨੂੰ ਲੱਗਦਾ ਹੈ, ਇਨਫੈਕਟ ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾਤਰ ਦਰਸ਼ਕ ਅਜਿਹੇ ਨੇ ਜਿਨ੍ਹਾਂ ਨੂੰ ਲੱਗ ਰਿਹਾ ਕਿ ਅਧਿਕਾਰਾਂ ਦੇ ਉੱਤੇ ਜੋ ਵੀ ਅਧਿਕਾਰਾਂ ਦੀ ਵੰਡ ਕੀਤੀ ਗਈ ਹੈ ਉਸ ਦੇ ਉੱਤੇ ਮੁੜ ਤੋਂ ਵਿਚਾਰ ਹੋਣਾ ਚਾਹੀਦਾ ਹੈ। 80% ਸਾਡੇ ਦਰਸ਼ਕਾਂ ਦੀ ਰਾਏ ਹਾਂ ਦੇ ਵਿੱਚ ਹੈ, ਯਾਨੀ ਕਿ ਉਹ ਕਹਿ ਰਹੇ ਨੇ ਕਿ ਮੁੜ ਤੋਂ ਵਿਚਾਰ ਹੋਵੇ, ਜਦਕਿ 20% ਨੇ ਕਿਹਾ ਕਿ ਨਹੀਂ, ਕੋਈ ਜ਼ਰੂਰਤ ਨਹੀਂ ਹੈ ਮੁੜ ਤੋਂ ਵਿਚਾਰ ਹੋਣ ਦੀ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।